ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਾਸੀਠ ਹਰ ਨਾਮ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਨਾਵਾਂ। ਸਭ ਕਿਛ ਜੀਵਤ ਕੋ ਬਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰ ਫੁਨ ਗ੍ਰਹਿ ਕੀ ਨਾਰ।
ਸਭ ਕਿਛ ਜੀਵਤ ਕੋ ਬਿਵਹਾਰ। ਮਾਤ ਪਿਤਾ ਭਾਈ ਸੁਤ ਬੰਧਪ ਆਰ ਫੁਨ ਗ੍ਰਹਿ ਕੀ ਨਾਰ। ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ। ਟੇਰਤ ਪ੍ਰੇਤ ਪੁਕਾਰ ਆਦ ਕਰੀ ਕੋ ਨਹਿ ਰਾਖੈ। ਘਰ ਤੇ ਦੇਤ ਨਿਕਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ। ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ ਨਿਤ। ਜਾਤੇ ਹੋਤ ਉਧਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ। ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ ਨਿਤ। ਜਾਤੇ ਹੋਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਕਿਰਪਾ ਦੇ ਸਾਗਰ ਪਤਿਤ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਬਖਸ਼ਿਸ਼ ਰਹਿਮਤ ਸਦਕਾ ਸਤ ਸੰਗਤ ਦੀਆਂ ਪਵਿੱਤਰ ਸੁਭਾਗ ਘੜੀਆਂ ਦਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਪਵਿੱਤਰ ਉਪਦੇਸ਼ ਦੀ ਕਥਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਰਾਗ ਦੀ ਮੂਰਤ ਸਤਿਗੁਰੂ ਜੀ ਹਜ਼ੂਰ ਨੇ ਜੋ ਦੇਵਗੰਧਾਰੀ ਰਾਗ ਦੇ ਅੰਦਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਕੱਲ ਇੱਕ ਸ਼ਬਦ ਹੋਇਆ ਸੀਗਾ, ਅੱਗੇ ਜਿਵੇਂ ਮਹਾਰਾਜ ਜੀ ਆਪਣੇ ਪਵਿੱਤਰ ਸ਼੍ਰੀ ਕੰਠ ਤੋਂ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਅੰਮ੍ਰਿਤ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਦੇਵ ਗੰਧਾਰੀ ਦੇ ਅੰਦਰ ਮਹਾਰਾਜ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਭ ਕਿਛ ਜੀਵਤ ਕੋ ਬਿਵਹਾਰ। ਇਹ ਪਵਿੱਤਰ ਸ਼ਬਦ ਸਤਿਗੁਰਾਂ ਜੀ ਨੇ, ਇਹ ਜੋ 2 ਸ਼ਬਦ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਕਾਲਾ ਸਾਹਿਬ ਦੇ ਅੰਦਰ ਹੀ ਸਤਿਗੁਰਾਂ ਜੀ ਨੇ ਉਚਾਰਨ ਕੀਤੇ ਹੈ। ਸ਼ਬਦ ਦੀ ਉਥਾਨਕਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਹਜ਼ੂਰ ਜਦੋਂ ਬਾਬਾ ਬਕਾਲਾ ਸਾਹਿਬ ਦੇ ਅੰਦਰ ਬਿਰਾਜਦੇ ਸੀ, ਬੇਅੰਤ ਜੀ ਸਤਿਗੁਰਾਂ ਜੀ ਦੇ ਦਰਸ਼ਨ ਪਾ ਕਰਕੇ ਨਿਹਾਲ ਹੁੰਦੇ। ਇੱਥੇ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਿਆਈ ਮਹਾਰਾਜ ਜੀ ਨੂੰ ਪ੍ਰਾਪਤ ਹੋਈ ਤੇ ਮੱਖਣ ਸ਼ਾਹ ਜੀ ਨੇ ਸੇਵਾ ਕੀਤੀ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਤਖਤ ਤੇ ਬੈਠ ਕਰਕੇ ਹਜ਼ੂਰ ਨੇ ਸੰਗਤਾਂ ਨੂੰ ਦਰਸ਼ਨ ਬਖਸ਼ੇ ਸੀਗੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੰਗਤ ਦੇ ਵਿੱਚ ਇੱਕ ਇੱਥੋਂ ਦਾ ਨਗਰ ਨਿਵਾਸੀ ਪ੍ਰੇਮੀ
बड़े शरधा नाल आ करके सेवा करिया करदा, बड़े प्यार नाल सतगुरु जी का उपदेश भी सुनदा। जदों ਉਹਦਾ ਵਿਆਹ ਕਾਰਜ ਹੋ ਗਿਆ ਤਾਂ ਫਿਰ ਮਹਾਰਾਜ ਦੀ ਸੰਗਤ ਵਿੱਚੋਂ ਆਉਣੋਂ ਹਟ ਗਿਆ। ਹਜ਼ੂਰ ਨੂੰ ਇੱਕ ਦਿਨ ਖਿਆਲ ਆਇਆ। ਮਹਾਰਾਜ ਜੀ ਨੇ ਸਤਸੰਗੀਆਂ ਤੋਂ ਪੁੱਛਿਆ ਕਿ ਭਈ ਫਲਾਨਾ ਸਿੱਖ ਹੁਣ ਕਿੰਨਾ ਚਿਰ ਹੋਇਆ ਕਦੇ ਸੰਗਤ 'ਚ ਨਹੀਂ ਆਇਆ। ਜਿਹਦਾ ਖਿਆਲ ਹਜ਼ੂਰ ਆਪ ਕਰਨ ਉਹਦਾ ਭਲਾ ਤਾਂ ਮਹਾਰਾਜ ਜੀ ਫਿਰ ਜ਼ਰੂਰ ਕਰਦੇ ਆ। ਜਿਹੜਾ ਸਿੱਖ ਜਿਹੜਾ ਪ੍ਰਾਣੀ ਸਤਿਗੁਰੂ ਦੇ ਚੇਤੇ ਵਿੱਚ ਆ ਜਾਵੇ ਉਹਦੀ ਤਾਂ ਸਦਗਤੀ ਜ਼ਰੂਰ ਪਰ ਜ਼ਰੂਰ ਹੁੰਦੀ ਹੈ। ਉਹਦਾ ਭਲਾ ਚਿਤਵਿਆ ਸਤਿਗੁਰਾਂ ਜੀ ਨੇ ਕਿ ਸਤਸੰਗਤ ਕਰਦਾ ਸੀ ਹੁਣ ਨਹੀਂ ਆਉਂਦਾ। ਸਿੱਖਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਗ੍ਰਸਤ ਦੇ ਧੰਦਿਆਂ 'ਚ ਫਸ ਗਿਆ ਲੱਗਦਾ ਹੈ। ਜਦੋਂ ਦਾ ਵਿਵਾਹ ਕਾਰਜ ਉਹਦਾ ਹੋਇਆ ਹੈ ਮਹਾਰਾਜ ਉਹ ਹੁਣ ਸੰਗਤ ਕਰਨੋਂ ਹਟ ਹੀ ਗਿਆ। ਸੱਚੇ ਪਾਤਸ਼ਾਹ ਮਹਾਰਾਜ ਸੁਣ ਕੇ ਚੁੱਪ ਕਰ ਰਹੇ ਗਰੀਬ ਨਵਾਜ। ਇੱਕ ਦਿਨ ਹਜ਼ੂਰ ਵਿਚਰ ਰਹੇ ਸੀਗੇ, ਸੈਰ ਕਰਦੇ ਹੋਏ ਸੁਤੇ ਹੀ ਸਾਹਮਣੇ ਉਹ ਸਿੱਖ ਆ ਰਿਹਾ ਸੀ। ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਤੇ ਸਮੇਂ ਸਿਰ ਤੇ ਚੱਕੀ ਹੋਈ ਭਾਰੀ ਪੰਡ ਸੀਗੀ ਚਾਰੇ ਆਦਿਕ ਦੀ, ਉਹ ਰੱਖ ਕੇ ਮਹਾਰਾਜ ਦੇ ਫਿਰ ਆ ਕੇ ਚਰਨਾਂ ਤੇ ਮੱਥਾ ਟੇਕਿਆ ਉਸਨੇ। ਸਤਿਗੁਰਾਂ ਜੀ ਨੇ ਪੁੱਛਿਆ, ਭਾਈ ਸਿੱਖਾ ਤੂੰ ਇੰਨੀ ਪਿਆਰ ਨਾਲ ਸੰਗਤ ਕਰਦਾ ਸੀ ਤੇ ਹੁਣ ਤੂੰ ਸਤਸੰਗਤ 'ਚ ਨਹੀਂ ਆਉਂਦਾ, ਕਿਉਂਕਿ ਸਤਸੰਗਤ ਹੀ ਸਾਧਨ ਹੈ ਨਾ ਇਸ ਸੰਸਾਰ ਤੋਂ ਉਧਰਨ ਦਾ। ਸਤਿਗੁਰਾਂ ਜੀ ਨੇ ਉਹਦੇ ਭਲਾ ਕਰਨਾ ਸੀ। ਹਜ਼ੂਰ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਹੁਣ ਤਾਂ ਵੇਲ ਨਹੀਂ ਮਿਲਦਾ ਕੰਮਾਂ 'ਚੋਂ। ਅੱਗੇ ਮਹਾਰਾਜ ਮੇਰੇ ਕੋਲ ਸਮਾਂ ਸੀਗਾ, ਹੁਣ ਸਮਾਂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਤਾਂ ਜੰਜਾਲ ਹੈ, ਸਰੀਰ ਕਰਕੇ ਕਰਮ ਤਾਂ ਕਰੀਦੇ ਹੈ ਪਰ ਮਨ ਨਹੀਂ ਇਹਨਾਂ ਵਿੱਚ ਲਾਈਦਾ। ਸੱਚੇ ਪਾਤਸ਼ਾਹ ਮੇਰਾ ਵਿਵਾਹ ਕਾਰਜ ਹੋ ਗਿਆ, ਮੇਰਾ ਘਰ ਦਾ ਕੰਮ ਕਾਰ ਜਿੱਥੇ ਇੰਨਾ ਉੱਥੇ ਮਹਾਰਾਜ ਹੁਣ ਇਸਤਰੀ ਦਾ ਮੋਹ ਨਹੀਂ ਮੈਨੂੰ ਛੱਡਦਾ ਤੇ ਮੇਰੇ ਕੋਲੋਂ ਆਇਆ ਨਹੀਂ ਜਾਂਦਾ। ਘਰਵਾਲੀ ਨੇ ਘਰਦਿਆਂ ਤੋਂ ਝਗੜਾ ਕਰਕੇ ਵੱਖ ਕਰ ਦਿੱਤਾ। ਫਿਰ ਮੋਹ ਦੀਆਂ ਜੰਜੀਰਾਂ ਇਹੋ ਜਿਹੀਆਂ ਪਾਈਆਂ, ਸੰਗਤ ਤੋਂ ਹੀ ਟੁੱਟ ਗਿਆ। ਮਹਾਰਾਜ ਜੀ ਨੇ ਪਵਿੱਤਰ ਬਾਣੀ ਵਿੱਚ ਉਪਦੇਸ਼ ਦਿੱਤਾ ਨਾ ਕਿ ਦਾਰਾ ਸੁਖ ਭਇਓ ਦੀਨ ਪਗਹੁ ਪਰੀ ਬੇਰੀ, ਕਿ ਇਸਤਰੀ ਸੁੱਖ ਵਿੱਚ ਇੰਨਾ ਜੀਵ ਅਧੀਨ ਹੋ ਜਾਂਦਾ ਹੈ, ਉਹਦੇ ਪੈਰਾਂ ਵਿੱਚ ਇਹ ਬੇੜੀ ਪੈ ਜਾਂਦੀ ਹੈ ਵਿਸ਼ੇ ਸੁੱਖ ਦੀ। ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਤੇ, ਧਰਮ ਦੇ ਮਾਰਗ ਤੇ, ਸਤਸੰਗਤ ਦੇ ਮਾਰਗ ਤੇ ਫਿਰ ਉਹ ਜੀਵ ਤੁਰਨੋਂ ਅਸਮਰੱਥ ਹੋ ਜਾਂਦਾ। ਮਨ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜਿਹੜੇ ਜੁੜੇ ਰਹਿੰਦੇ ਹੈ, ਸਰੀਰ ਕਰਕੇ ਸੰਸਾਰਕ ਨਾਤਿਆਂ ਨੂੰ ਵੀ ਨਿਭਾ ਲੈਂਦੇ ਹੈ, ਉਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹੈ, ਸਤਸੰਗਤ ਨਹੀਂ ਛੱਡਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਸਿੱਖਾ ਇਹ ਤਾਂ ਜਿਹੜਾ ਹੈ ਪਿਆਰ ਇਹ ਝੂਠਾ ਹੀ ਹੈ। ਇਹ ਜਿੰਨਾ ਵੀ ਸੰਸਾਰ ਦਾ ਵਿਵਹਾਰ ਹੈ ਇਹ ਸੱਚਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਹੁਣ ਤਾਂ ਮਹਾਰਾਜ ਇਹ ਛੁੱਟਦਾ ਨਹੀਂ, ਸੱਚਾ ਪ੍ਰਤੀਤ ਹੁੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹ ਤੈਨੂੰ ਪ੍ਰਤੀਤ ਹੋ ਰਿਹਾ ਪਰ ਦੇਹਾਂ ਦਾ ਪਿਆਰ ਮਹਾਰਾਜ ਕਹਿੰਦੇ ਨਿਭਦਾ ਨਹੀਂ ਸਦਾ। ਦੇਹਾਂ ਛੁਟਕ ਜਾਂਦੀਆਂ, ਵਿਛੜ ਜਾਂਦੀਆਂ, ਦੇਹ ਸਦੀਵੀ ਨਹੀਂ ਹੈ। ਕਹਿਣ ਲੱਗਾ ਮਹਾਰਾਜ ਜਾਂ ਤਾਂ ਇਸ ਪਿਆਰ ਦੀ ਸੱਚਾਈ ਦਿਖਾਓ। ਹਜ਼ੂਰ ਨੇ ਫਿਰ ਤਰਸ ਕੀਤਾ। ਮਹਾਰਾਜ ਕਹਿੰਦੇ ਚੰਗਾ ਭਾਈ ਸਿੱਖਾ ਐਂ ਕਰੀ, ਵਾਹਿਗੁਰੂ ਵਾਹਿਗੁਰੂ ਜਪੀ ਤੇ ਆਪਣੇ ਸਵਾਸਾਂ ਨੂੰ ਖਿੱਚ ਲਵੀਂ ਤੇ ਤੇਰੇ ਸਵਾਸ ਜਿਹੜੇ ਆ ਉਹ ਦਸਮ ਦਵਾਰ ਵਿੱਚ ਜਾ ਟਿਕਣਗੇ। ਤੈਨੂੰ ਸਾਰਾ ਕੁਝ ਪ੍ਰਤੀਤ ਹੋਊਗਾ ਆਲਾ ਦੁਆਲਾ,
ਪਰ ਬਾਕੀ ਸਾਰੇ ਤੈਨੂੰ ਮਰਿਆ ਹੋਇਆ ਹੀ ਜਾਣਨਗੇ, ਸਰੀਰ 'ਚ ਨਹੀਂ ਤੇਰੇ ਸਾਹ ਚੱਲਣਗੇ। ਇਸ ਨੇ ਮਹਾਰਾਜ ਤੋਂ ਸੁਣ ਕੇ ਨਮਸਕਾਰ ਕੀਤੀ, ਘਰੇ ਚਲਿਆ ਗਿਆ। ਜਦੋਂ ਰਾਤ ਨੂੰ ਸੁੱਤਾ ਪਿਆ, ਹਜ਼ੂਰ ਦੇ ਦੱਸੇ ਮੁਤਾਬਕ ਵਾਹਿਗੁਰੂ ਵਾਹਿਗੁਰੂ ਕਰਦਾ, ਨਾਲੇ ਸਵਾਸਾਂ ਨੂੰ ਹੌਲੀ ਹੌਲੀ ਰੋਕਦਾ। ਉਸ ਤਰ੍ਹਾਂ ਤਾਂ ਬੜੇ ਕਠਿਨ ਹੈ ਸਵਾਸ ਵੀ ਦਸਮ ਦਵਾਰ ਵਿੱਚ ਚੜ੍ਹਨੇ। ਯੋਗੀ ਬੜੀ ਸਾਧਨਾ ਕਰਦੇ ਹੈ, ਫਿਰ ਕਈ ਸਾਲਾਂ ਦੀ ਮਿਹਨਤ ਨਾਲ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਤੇ ਪਰ ਇਸ ਸਿੱਖ ਨੂੰ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਸਹਿਜੇ ਹੀ ਇਹ ਅਵਸਥਾ ਮਿਲ ਗਈ। ਜਦੋਂ ਇਹਨ ਹੌਲੀ ਹੌਲੀ ਸਵਾਸਾਂ ਨੂੰ ਰੋਕਿਆ, ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਇਹਦੇ ਸਵਾਸ ਦਸਮ ਦਵਾਰ ਵਿੱਚ ਜਾ ਚੜ੍ਹੇ ਹੈ। ਜਦੋਂ ਸਵਾਸ ਦਸਮ ਦਵਾਰ ਵਿੱਚ ਟਿਕ ਗਏ ਹੈ ਤੇ ਇਹਦੇ ਮੁਖ ਰਾਹੀਂ ਸਾਹ ਨਹੀਂ ਚੱਲਦਾ। ਜਦੋਂ ਘਰ ਵਾਲੀ ਨੇ ਵੇਖਿਆ ਕਿ ਇਹਨੂੰ ਤਾਂ ਸਵਾਸ ਨਹੀਂ ਆਉਂਦੇ ਪਏ, ਪਤਾ ਲੱਗ ਗਿਆ ਤਾਂ ਪੂਰਾ ਹੋ ਗਿਆ, ਚੜ੍ਹਾਈ ਕਰ ਗਿਆ। ਉਸ ਨੇ ਖਿਆਲ ਕੀਤਾ ਅਜੇ ਤਾਂ ਰਾਤ ਪਈ ਹੈ ਤੇ ਹੁਣ ਤੋਂ ਹੀ ਰੋਣਾ ਸ਼ੁਰੂ ਕੀਤਾ ਤਾਂ ਫਿਰ ਤਾਂ ਸਾਰਾ ਦਿਨ ਮੈਂ ਥੱਕ ਜਾਵਾਂਗੀ। ਦੱਸਿਆ ਨਹੀਂ ਉਸਨੇ ਕਿਸੇ ਨੂੰ ਤੇ ਗੁਪਤ ਰੱਖਿਆ। ਫਿਰ ਅੱਧੀ ਰਾਤ ਨਾਲ ਉੱਠ ਕਰਕੇ ਇਹ ਸੋਚਿਆ ਕਿ ਦਿਨੇ ਤਾਂ ਰਿਸ਼ਤੇਦਾਰ ਆ ਜਾਣੇ ਆ, ਕੁਝ ਵੀ ਖਾਣ ਨੂੰ ਨਹੀਂ ਲੱਭਣਾ ਤੇ ਮੌਕਾ ਨਹੀਂ ਮਿਲਣਾ ਕੁਝ ਖਾਣ ਦਾ, ਤੇ ਕੁਛ ਬਣਾ ਕੇ ਹੁਣੇ ਹੀ ਖਾ ਲੈਣਾ ਚਾਹੀਦਾ। ਚੌਲ ਆਦਿਕ ਬਣਾ ਕਰਕੇ ਉਦੋਂ ਹੀ ਖਾ ਲਏ ਤੇ ਕੁਝ ਕੁ ਰੱਖ ਲਏ ਕਿ ਜੇ ਦਿਨੇ ਮੌਕਾ ਲੱਗਿਆ ਤੇ ਫਿਰ ਅੱਖ ਬਚਾ ਕੇ ਉਦੋਂ ਖਾ ਲਾਂਗੇ। ਇਸ ਤਰ੍ਹਾਂ ਉਹਨੂੰ ਸਭ ਕੁਝ ਪ੍ਰਤੀਤ ਹੋ ਰਿਹਾ ਹੈ। ਪਤਾ ਲੱਗ ਗਿਆ ਕਿ ਇਹਨੂੰ ਇਹ ਪਤਾ ਲੱਗ ਗਿਆ ਕਿ ਮੈਂ ਮਰ ਗਿਆ ਤੇ ਫਿਰ ਵੀ ਮੇਰੇ ਮਰਨ ਤੋਂ ਉਪਰੰਤ ਇਹ ਕੀ ਕਰ ਰਹੀ ਹੈ। ਦਿਨ ਚੜ੍ਹ ਗਿਆ, ਰੌਲਾ ਪਾਇਆ, ਮੇਰੇ ਸਿਰ ਦਾ ਸਾਈਂ ਚੜ੍ਹਾਈ ਕਰ ਗਿਆ। ਰਿਸ਼ਤੇਦਾਰ ਸੱਜਣ ਮਿੱਤਰ ਸ਼ਰੀਕਾ ਬਰਾਦਰੀ ਸਭ ਇਕੱਠੇ ਹੋ ਗਏ, ਜਿਨ੍ਹਾਂ ਨਾਲ ਮਿਲ ਵਰਤਣ ਰੱਖਦਾ ਜੀਵ ਸੰਸਾਰ ਦੇ ਅੰਦਰ। ਸਾਰੇ ਜਦੋਂ ਇਕੱਠੇ ਹੋਏ ਫਿਰ ਤਿਆਰੀ ਕਰ ਲਈ ਉਹਨਾਂ ਨੇ ਸੰਸਕਾਰ ਦੇ ਕਰਨ ਦੀ, ਕਿਉਂਕਿ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਆਖਿਆ ਹੈ, ਉਹ ਵਕਤ ਹੁੰਦਾ ਜਦੋਂ ਆਦ ਘੜੀ ਕੋਈ ਨਾ ਰੱਖੈ। ਮਹਾਰਾਜ ਕਹਿੰਦੇ ਅੱਧੀ ਘੜੀ ਵੀ ਨਹੀਂ ਕੋਈ ਫਿਰ ਘਰ ਵਿੱਚ ਰੱਖਦਾ। ਜਿਸ ਸਰੀਰ ਦਾ ਮੋਹ ਕਰਕੇ ਸਾਰੇ ਬੜੀ ਮਿਹਰ ਕਰਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਸੇ ਹੀ ਦੇਹ ਨੂੰ ਫਿਰ ਕੱਢ ਦਿਓ ਕੱਢ ਦਿਓ, ਕਾਢੋ ਕਾਢੋ ਹੋਈ, ਇਹ ਬਚਨ ਸਾਰੇ ਕਹਿਣ ਲੱਗ ਜਾਂਦੇ ਆ। ਜਦੋਂ ਅਰਥੀ ਤਿਆਰ ਕਰਕੇ ਕੀਰਨੇ ਪਾਉਂਦੇ, ਰੋਂਦੇ ਕਰਲਾਉਂਦੇ ਸ਼ਮਸ਼ਾਨ ਭੂਮਿਕਾ ਨੂੰ ਜਾ ਰਹੇ ਆ, ਮਹਾਰਾਜ ਜੀ ਨੇ ਹਜ਼ੂਰ ਨੇ ਸਿੱਖਾਂ ਨੂੰ ਆਖਿਆ ਕਿ ਭਾਈ ਅਰਥੀ ਰੋਕ ਲਿਓ, ਜਦੋਂ ਇੱਧਰੋਂ ਦੀ ਲੰਘਣਗੇ ਕਿਤੇ ਸ਼ਮਸ਼ਾਨ ਭੂਮਿਕਾ 'ਚ ਹੀ ਨਾ ਲੈ ਜਾਣ, ਕਿਉਂਕਿ ਮਹਾਰਾਜ ਜੀ ਨੇ ਤਾਂ ਸੱਚੇ ਪਾਤਸ਼ਾਹ ਨੇ ਉਹਨੂੰ ਸਵਾਸ ਚੜ੍ਹਾ ਕੇ ਜਿਹੜੇ ਹੈ ਉਹ ਦੱਸੇ ਸੀਗੇ, ਤੇ ਹਜ਼ੂਰ ਨੂੰ ਪਤਾ ਹੈ ਕਿ ਉਹ ਮਰਿਆ ਨਹੀਂ ਹੈ। ਉਹ ਆਪ ਵੀ ਆਪਣੇ ਸਵਾਸ ਉਤਾਰਨਾ ਚਾਹੁੰਦਾ ਸੀ ਜਦੋਂ ਉਹਨੂੰ ਸਭ ਕੁਝ ਪਤਾ ਲੱਗ ਗਿਆ, ਪਰ ਮਹਾਰਾਜ ਜੀ ਨੇ ਚੜ੍ਹਾਉਣੇ ਦੱਸੇ ਸੀ, ਉਤਾਰਨੇ ਤਾਂ ਦੱਸੇ ਹੀ ਨਹੀਂ ਸੀਗੇ, ਕਿਉਂਕਿ ਆਪਣੇ ਆਪ ਪ੍ਰਾਣ ਉਤਾਰੇ ਵੀ ਨਹੀਂ ਜਾਂਦੇ ਦਸਮ ਦਵਾਰ ਵਿੱਚੋਂ। ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਨਾਲ ਸਿੱਖਾਂ ਨੇ ਅਰਥੀ ਨੂੰ ਰੋਕਤਾ, ਸਾਰੇ ਰੁਕ ਗਏ। ਹਜ਼ੂਰ ਆਪ ਆਏ ਚੱਲ ਕਰਕੇ। ਸੱਚੇ ਪਾਤਸ਼ਾਹ ਨੇ ਸਭ ਨੂੰ ਰੋਂਦਿਆਂ ਹੋਇਆਂ ਤੱਕਿਆ ਤੇ ਗਰੀਬ ਨਵਾਜ ਜੀ ਨੇ ਆਖਿਆ ਕਿ ਭਾਈ ਤੁਹਾਨੂੰ ਬੜਾ ਦੁੱਖ ਹੈ ਇਹਦੇ ਸਰੀਰ ਦੇ ਤਿਆਗ ਜਾਣ ਦਾ। ਹਾਂ ਮਹਾਰਾਜ, ਬੜਾ ਹੀ ਘਾਟਾ ਪਿਆ, ਸਾਡਾ ਕਿਵੇਂ ਸਰੇਗਾ, ਕਿਵੇਂ ਨਿਰਵਾਹ ਹੋਵੇਗਾ। ਸਤਿਗੁਰੂ ਜੀ ਕਹਿੰਦੇ ਭਾਈ ਜੇ ਜਿੰਦਾ ਕਰ ਦਈਏ ਤਾਂ ਬੜੇ ਸਾਰੇ ਕਹਿਣ ਲੱਗੇ ਮਹਾਰਾਜ ਆਪ ਤਾਂ ਉਪਕਾਰੀ ਹੋ,
ਮਹਾਰਾਜ ਸਾਡੇ ਤੇ ਤਰਸ ਕਰੋ, ਕਿਰਪਾ ਕਰੋ, ਇਹਨੂੰ ਜਿੰਦਾ ਕਰ ਦਿਓ। ਸਤਿਗੁਰੂ ਜੀ ਨੇ ਉਸ ਸਮੇਂ ਇੱਕ ਸਵਾਂਗ ਰਚਿਆ ਗਰੀਬ ਨਵਾਜ ਨੇ। ਮਹਾਰਾਜ ਕਹਿੰਦੇ ਆ, ਭਾਈ ਸਿੱਖਾ ਜਾਓ, ਇੱਕ ਦੁੱਧ ਦਾ ਛੰਨਾ ਲਿਆਂਦਾ। ਹਜ਼ੂਰ ਨੇ ਉਹਦੇ ਵਿੱਚ ਕੋਲੋਂ ਕੱਢ ਕੇ ਇੱਕ ਪੁੜੀ ਜੀ ਘੋਲ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਇਹਦੇ 'ਚ ਜ਼ਹਿਰ ਮਿਲਾਤਾ, ਜਿਹੜਾ ਇਹਨੂੰ ਪੀ ਲਵੇਗਾ ਉਹ ਮਰ ਜਾਏਗਾ ਤੇ ਇਹ ਮਰਿਆ ਹੋਇਆ ਜਿਉਂਦਾ ਹੋ ਜਾਏਗਾ। ਸਾਰੇ ਸਨਾਟਾ ਛਾ ਗਿਆ। ਹੁਣ ਕੋਈ ਮਰਿਆ ਨਾ ਮੋਇਆ, ਨਾਲੇ ਕੌਣ ਮਰੇ ਦੇ ਨਾਲ। ਸਤਿਗੁਰੂ ਜੀ ਨੇ ਤੇ ਸਮੇਂ ਉਹਦੀ ਘਰਵਾਲੀ ਨੂੰ ਆਖਿਆ, ਮਹਾਰਾਜ ਕਹਿੰਦੇ ਤੇਰਾ ਪਤੀ ਚੜ੍ਹਾਈ ਕਰ ਗਿਆ, ਲੈ ਇਹ ਜਿਉਂਦਾ ਹੋ ਜਾਏਗਾ, ਤੂੰ ਪੀ ਲੈ। ਕਹਿਣ ਲੱਗੀ, ਮਹਾਰਾਜ ਹੁਣ ਇਹਨੂੰ ਸਭ ਨੇ ਰੋ ਲਿਆ, ਫਿਰ ਮੈਨੂੰ ਰੋਣਗੇ, ਤੇ ਹੁਣ ਠੀਕ ਹੈ ਜੋ ਕੁਝ ਹੋ ਗਿਆ। ਇਨਕਾਰ ਕਰ ਦਿੱਤਾ। ਹੋਰ ਸਭ ਰਿਸ਼ਤੇਦਾਰਾਂ ਮਿੱਤਰਾਂ ਨੇ ਇਨਕਾਰ ਕਰ ਦਿੱਤਾ। ਕੌਣ ਮਰਦਾ ਮਰਿਆਂ ਦੇ ਨਾਲ? ਮਹਾਰਾਜ ਕਹਿੰਦੇ ਸਭ ਜਿਉਂਦਿਆਂ ਦਾ ਵਿਵਹਾਰ ਹੈ ਇਹ ਸੰਸਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਦਿਖਾ ਦਿੱਤਾ ਪ੍ਰਤੱਖ ਹੀ, ਉਹ ਤਾਂ ਹਜ਼ੂਰ ਇੱਕ ਸਵਾਂਗੀ ਮਹਾਰਾਜ ਬਣਾ ਰਹੇ ਸੀਗੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹਦੀਆਂ ਤਲੀਆਂ ਚੱਸ ਦਿਓ। ਸਿਰ 'ਚ ਮਹਾਰਾਜ ਜੀ ਨੇ ਤੇ ਸਮੇਂ ਮਾਲਿਸ਼ ਕਰਾ ਦਿੱਤੀ ਤੇ ਹੌਲੀ ਹੌਲੀ ਉਹਦੇ ਪ੍ਰਾਣ ਜਿਹੜੇ ਸੀ ਸਤਿਗੁਰੂ ਜੀ ਨੇ ਆਪਣੀ ਕਿਰਪਾ ਨਾਲ ਹੀ ਦਸਮ ਦੁਆਰ ਤੋਂ ਉਤਾਰ ਦਿੱਤੇ। ਜਦੋਂ ਉਤਾਰੇ ਉਹਦੇ ਪ੍ਰਾਣ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਹਜ਼ੂਰ ਜਦੋਂ ਆਪਣੇ ਘਰ ਵੱਲ ਨੂੰ ਤੁਰਿਆ, ਮਹਾਰਾਜ ਦੇ ਪਿੱਛੇ ਪਿੱਛੇ ਤੁਰਦਾ। ਹਜ਼ੂਰ ਨੇ ਕਿਹਾ, ਬਈ ਇਹ ਤੇਰੀ ਘਰਵਾਲੀ ਹੈ, ਤੇਰੇ ਨਾਲ ਪ੍ਰੇਮ ਕਰਦੀ ਹੈ। ਤੇਰੇ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਵਿੱਚ ਤੂੰ ਲੱਗਿਆ ਹੋਇਆ ਸਤਸੰਗਤ ਛੱਡ ਬੈਠਾ ਸੀ, ਨਾਮ ਨਹੀਂ ਸੀ ਜਪਦਾ, ਵੇਖ ਤੇਰੇ ਵੱਲ ਸਾਰੇ ਪ੍ਰੇਮ ਕਰਦੇ ਹੋਏ ਤੱਕ ਰਹੇ ਹੈ। ਘਰਵਾਲੀ ਨੇ ਅੱਗੇ ਹੋ ਕੇ ਹੱਥ ਫੜਿਆ, ਕਹਿਣ ਲੱਗਾ, ਬਈ ਜਿਹੜੇ ਤੂੰ ਚੌਲ ਲੁਕਾ ਕੇ ਰੱਖਿਆ ਹੁਣ ਤੂੰ ਉਹ ਖਾ ਜਾ ਕਰਕੇ। ਹੱਥ ਛਡਾ ਲਿਆ। ਸਤਿਗੁਰੂ ਜੀ ਦੇ ਪਿੱਛੇ ਸੰਗਤ ਨੂੰ ਤੁਰ ਪਿਆ। ਸਤਿਗੁਰੂ ਗਰੀਬ ਨਵਾਜ ਜੀ ਨੇ ਉਸ ਵਕਤ ਸਭ ਨੂੰ ਇਹ ਸਾਂਝਾ ਉਪਦੇਸ਼ ਮਹਾਰਾਜ ਜੀ ਨੇ ਦੱਸਿਆ। ਸੱਚੇ ਪਾਤਸ਼ਾਹ ਮਹਾਰਾਜ ਦੇਵ ਗੰਧਾਰੀ ਰਾਗ ਅੰਦਰ ਧੰਨ ਗੁਰੂ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਹਜ਼ੂਰ ਸੰਸਾਰ ਦੇ ਪ੍ਰੇਮ ਦੀ ਹਾਲਤ ਮਹਾਰਾਜ ਦਿਖਾਉਂਦੇ ਹੈ। ਸੰਸਾਰ ਦੇ ਅੰਦਰ ਖੁੱਭਿਆ ਹੋਇਆ ਸਾਡਾ ਮਨ ਮਹਾਰਾਜ ਸੱਚੇ ਪਾਤਸ਼ਾਹ ਦਿਖਾਉਂਦੇ ਆ ਕਿ ਜਿੱਥੇ ਸਾਡਾ ਮਨ ਲੱਗ ਗਿਆ ਉਹ ਸਾਰੇ ਇਹ ਕਿਹੋ ਜਿਹੇ ਰਿਸ਼ਤੇ ਨਾਤੇ ਹੈ ਤੇ ਵਿਵਹਾਰ ਕੈਸਾ ਸਾਰਾ ਸਤਿਗੁਰੂ ਜੀ ਫਰਮਾਉਂਦੇ ਹਨ। ਸਭ ਕਿਛ ਜੀਵਤ ਕੋ ਵਿਵਹਾਰ। ਇਹ ਸਾਰਾ ਕੁਝ ਮਹਾਰਾਜ ਕਹਿੰਦੇ ਆ ਮਿਲਣ ਵਰਤਣ ਲੈਣ ਦੇਣ ਜੋ ਕੁਝ ਵੀ ਇਹ ਵਿਵਹਾਰ ਹੈ ਨਾ, ਇਹ ਜਿਉਂਦਿਆਂ ਦਾ ਹੈ। ਕਦੇ ਕੋਈ ਮੁਰਦੇ ਦੇ ਲਾਗੇ ਵੀ ਬੈਠ ਕੇ ਉਹਨੂੰ ਜਲ ਪਾਣੀ ਪੁੱਛਦਾ ਕਿ ਆਓ ਜੀ ਮਹਾਰਾਜ ਛਕੋ ਜੀ, ਮੁਰਦੇ ਨੂੰ ਨਹੀਂ ਕੋਈ ਵੀ ਪੁੱਛਦਾ। ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ। ਜਿੰਨਾ ਚਿਰ ਇਹਦੇ ਅੰਦਰ ਇਹ ਵਾਹਿਗੁਰੂ ਦੀ ਸੱਤਾ ਵਸਦੀ ਹੈ ਨਾ, ਸੂਖਸ਼ਮ ਸਰੀਰ ਵਸਦਾ ਹੈ ਇਸ ਦੇ ਅੰਦਰ, ਉਹਨਾਂ ਚਿਰ ਹੀ ਸਾਰੇ ਕਹਿੰਦੇ ਆਓ ਜੀ ਬੈਠੋ ਜੀ ਛਕੋ ਜੀ। ਮਹਾਰਾਜ ਕਹਿੰਦੇ ਸਭ ਕੁਛ ਜੀਵਤ ਕੋ ਵਿਵਹਾਰ। ਇਹ ਸਾਰਾ ਲੈਣ ਦੇਣ ਮਿਲਣ ਵਰਤਣ ਮਹਾਰਾਜ ਕਹਿੰਦੇ ਨੇ ਜੋ ਵੀ ਇਸਤਰੀ ਤੋਂ ਵਧਿਆ ਪਰਿਵਾਰ ਸ਼ਰੀਕਾ ਬਰਾਦਰੀ ਨਾਤੇ ਜਿੰਨੇ ਵੀ ਹੈ ਸਭ ਮਹਾਰਾਜ ਕਹਿੰਦੇ ਜਗਤ ਦੇ ਅੰਦਰ ਜਿਉਂਦਿਆਂ ਦਾ ਵੀ ਵਿਵਹਾਰ ਹੈ। ਮੁਰਦਿਆਂ ਨਾਲ ਕੀ ਕੋਈ ਵਿਵਹਾਰ ਕਰਦਾ? ਫਿਰ ਤਾਂ ਨਫ਼ਰਤ ਕਰਕੇ ਕਈ ਘਿਰਣਾ ਕਰਕੇ ਪਿੱਛੇ ਹਟ ਜਾਂਦੇ ਆ। ਮੁਰਦੇ ਨੂੰ ਹੱਥ ਛੁਹਾਉਣ ਤੋਂ ਵੀ ਭੈ ਕਰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਜਿਸ ਦੇਹ ਨਾਲ ਬੜਾ ਲਾਡ ਕਰਦੇ ਪ੍ਰੇਮ ਕਰਦੇ ਉਹ ਦੇਹ ਹੀ ਫਿਰ ਡਰਾਉਣੀ ਤੇ ਭੈਦਾਇਕ ਲੱਗਣ ਲੱਗ ਜਾਂਦੀ ਹੈ। ਇਹ ਜਗਤ ਦਾ ਸਾਰਾ ਵਿਵਹਾਰ ਮਿਲਣ ਵਰਤਣ ਮਹਾਰਾਜ ਕਹਿੰਦੇ ਲੈਣ ਦੇਣ ਜਿਉਂਦਿਆਂ ਦਾ ਹੀ ਹੈ। ਮਾਤ ਪਿਤਾ ਭਾਈ ਸੁਤ ਬੰਧਪ। ਸਭ ਤੋਂ ਨੇੜੇ ਦੇ ਨਾਤੇ ਸਤਿਗੁਰੂ ਜੀ ਕਹਿੰਦੇ ਨੇ ਮਾਤਾ ਪ੍ਰੇਮ ਕਰਦੀ ਹੈ, ਪਿਤਾ ਜਿਸ ਨੇ ਬਹੁਤ
ਪ੍ਰਤਪਾਲਣਾ ਕੀਤੀ ਹੈ। ਮਹਾਰਾਜ ਕਹਿੰਦੇ ਫਿਰ ਭਰਾ ਨੇ, ਸੁੱਤ ਪੁੱਤਰ ਵੈ, ਬੰਧਪ ਰਿਸ਼ਤੇਦਾਰ ਹਨ। ਅਰ ਫੁਨ ਗ੍ਰਹਿ ਕੀ ਨਾਰ, ਔਰ ਅਤੇ ਫੁਨ ਫਿਰ ਬੌੜੋ, ਜੋ ਗ੍ਰਹਿ ਘਰ ਦੀ ਨਾਰ, ਜੋ ਇਸਤਰੀ ਹੈ, ਇਹਨਾਂ ਨਾਲ ਹੀ ਵਿਵਹਾਰ ਹੈ ਨਾ। ਮਾਤਾ ਨਾਲ ਪ੍ਰੇਮ ਹੈ, ਪਿਤਾ ਦਾ ਪ੍ਰੇਮ ਹੈ, ਭਾਈਆਂ ਦਾ ਪ੍ਰੇਮ ਹੈ, ਸੁੱਤ ਪੁੱਤਰਾਂ ਦਾ ਮੋਹ ਹੈ, ਬੰਧਪ ਰਿਸ਼ਤੇਦਾਰਾਂ ਨਾਲ ਮੇਲ ਜੋਲ ਹੈ, ਇਸਤਰੀ ਨਾਲ ਪ੍ਰੇਮ ਹੈ। ਸੱਚੇ ਪਾਤਸ਼ਾਹ ਕਹਿੰਦੇ ਅਤੇ ਬੌੜੋ ਜਿਹੜੀ ਘਰ ਦੀ ਇਸਤਰੀ ਹੈ, ਸਤਿਗੁਰੂ ਜੀ ਕਹਿੰਦੇ ਸਭ ਜਿਉਂਦਿਆਂ ਦਾ ਹੀ ਵਿਵਹਾਰ ਹੈ। ਨਾ ਉਸ ਸਮੇਂ ਇਸਤਰੀ ਜਿਹੜੀ ਹੈ ਉਹ ਪਰਲੋਕ ਵਿੱਚ ਨਾਲ ਚੱਲ ਸਕਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਆਵਤ ਅਕੇਲਾ ਜਾਤ ਅਕੇਲਾ। ਜਿਹੜਾ ਜੀਵ ਸੰਸਾਰ ਵਿੱਚ ਆਇਆ ਇਕੱਲਾ ਆਇਆ, ਜਾਵੇਗਾ ਵੀ ਸੰਸਾਰ ਵਿੱਚੋਂ ਇਕੱਲਾ। ਹਮ ਤੁਮ ਸੰਗ ਝੂਠੇ ਸਭ ਬੋਲਾ, ਕਿ ਮੈਂ ਤੇਰੇ ਨਾਲ ਨਿਭੂੰਗਾ। ਇਹ ਬੋਲ ਸਾਰੇ ਮਹਾਰਾਜ ਕਹਿੰਦੇ ਝੂਠੇ ਹੈ, ਕੋਈ ਨਾਲ ਨਹੀਂ ਨਿਭਦਾ। ਸਤਿਗੁਰੂ ਜੀ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਜਦੋਂ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਜੋ ਕਾਂਸ਼ੀ ਤੋਂ ਆਏ ਸੀ, ਮਹਾਰਾਜ ਉਹਨਾਂ ਨੂੰ ਬਰਾਗਮਈ ਉਪਦੇਸ਼ ਸੰਸਕ੍ਰਿਤੀ ਵਿੱਚ ਦਿੰਦਿਆਂ ਹੋਇਆ ਆਖਿਆ ਸੀ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤ ਹੈ। ਮਹਾਰਾਜ ਕਹਿੰਦੇ ਕਦੋਂ ਦੀ ਮਾਤਾ ਹੈ, ਕਦੋਂ ਦਾ ਪਿਤਾ ਹੈ, ਕਦੋਂ ਦਾ ਪੁੱਤਰ ਹੈ, ਕਦੋਂ ਦੀ ਇਸਤਰੀ ਹੈ? ਜਦੋਂ ਦੀ ਦੇਹ ਮਿਲੀ ਹੈ ਉਦੋਂ ਦੀ ਮਾਤਾ, ਜਦੋਂ ਦਾ ਸਰੀਰ ਮਿਲਿਆ ਉਦੋਂ ਦਾ ਹੀ ਪਿਤਾ, ਜਦੋਂ ਸੰਬੰਧ ਹੋਇਆ ਤਾਂ ਉਦੋਂ ਦਾ ਹੀ ਤੇਰਾ ਪੁੱਤਰ ਹੈ। ਮਹਾਰਾਜ ਕਹਿੰਦੇ ਨੇ ਇਹ ਸਰੀਰ ਦੇ ਨਾਤੇ ਹੈ। ਜੋ ਤੂੰ ਹੈ ਨਾ, ਜਿਹੜੀ ਤੇਰੀ ਅੰਦਰ ਸੱਤਾ ਹੈ, ਸੂਖਸ਼ਮ ਤੇਰਾ ਸਰੀਰ ਹੈ, ਮਹਾਰਾਜ ਕਹਿੰਦੇ ਇਹਦਾ ਕੋਈ ਨਾਤਾ ਨਹੀਂ। ਇਸੇ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾ ਕਿਸੇ ਦਾ ਕੋਈ ਭਰਾ ਹੈ, ਨਾ ਪੁੱਤਰ ਹੈ, ਨਾ ਮਾਤਾ ਹੈ, ਨਾ ਪਿਤਾ ਹੈ। ਇਹ ਸੰਸਾਰ ਦੇ ਅੰਦਰ ਦੇਹਾਂ ਦੇ ਨਾਤੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਭ ਕੁਛ ਜੀਵਤ ਕੋ ਵਿਵਹਾਰ। ਜਿਹੜੀ ਇਹ ਦੇਹ ਹੈ, ਪੰਜਾਂ ਤੱਤਾਂ ਦਾ ਮੇਲ ਹੋਣ ਕਰਕੇ ਦਿਸਣ ਮਾਤਰ ਸੇ ਆ ਰਹੀ ਹੈ, ਤੇ ਜਦੋਂ ਤੱਤਾਂ 'ਚ ਤੱਤ ਰਲ ਜਾਂਦੇ ਆ ਉਦੋਂ ਫਿਰ ਦਿਸਣ ਮਾਤਰ ਇਹ ਰਹਿੰਦੀ ਨਹੀਂ, ਇਹਦਾ ਵਜੂਦ ਰਹਿੰਦਾ ਨਹੀਂ। ਜਦੋਂ ਇਹਦਾ ਵਜੂਦ ਨਹੀਂ ਰਹਿੰਦਾ, ਇਹਦੇ ਨਾਲ ਜੁੜੇ ਹੋਏ ਸਾਰੇ ਨਾਤੇ ਉਸੇ ਸਮੇਂ ਟੁੱਟ ਜਾਂਦੇ। ਜਦੋਂ ਮਹਾਰਾਜ ਕਹਿੰਦੇ ਦੇਹ ਕਰਕੇ ਆਪਣੇ ਆਪ ਨੂੰ ਸਮਝਦਾ ਹੈ, ਤਾਂ ਫਿਰ ਉਸ ਸਮੇਂ ਬਹੁਤ ਦੁੱਖ ਜੀਵ ਨੂੰ ਪ੍ਰਤੀਤ ਹੁੰਦਾ ਹੈ, ਬੜਾ ਕਸ਼ਟ ਝੱਲਣਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਮਨ ਨਾ ਇਸ ਸੰਸਾਰ ਦੇ ਅੰਦਰ ਲਾ, ਇਹ ਮਨ ਵਾਹਿਗੁਰੂ ਦੇ ਵਿੱਚ ਜੋੜ, ਕਿਉਂਕਿ ਸੰਸਾਰ ਤਾਂ ਜਿਉਂਦਿਆਂ ਦਾ ਮੇਲਾ ਹੈ। ਇਹ ਸਭ ਜਗ ਮਹਾਰਾਜ ਕਹਿੰਦੇ ਜੀਵਤ ਕੋ ਵਿਵਹਾਰ, ਜਿਉਂਦਿਆਂ ਦਾ ਵਿਵਹਾਰ ਹੈ। ਮੁਰਦੇ ਨਾਲ ਕੋਈ ਲੈਣ ਦੇਣ ਵਿਵਹਾਰ ਨਹੀਂ ਕਰਦਾ, ਨਾ ਪਿਤਾ, ਨਾ ਮਾਤਾ, ਨਾ ਭਰਾ, ਨਾ ਪੁੱਤਰ, ਨਾ ਰਿਸ਼ਤੇਦਾਰ। ਔਰ ਬੌੜੋ ਫਿਰ ਜਿਹੜੀ ਘਰ ਵਾਲੀ ਹੈ, ਇਸਤਰੀ ਹੈ, ਮਹਾਰਾਜ ਕਹਿੰਦੇ ਭਾਈ ਸਭ ਇਹ ਜਿਉਂਦਿਆਂ ਦਾ ਹੀ ਵਿਵਹਾਰ ਹੈ ਸੰਸਾਰ ਦੇ ਅੰਦਰ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਤਨ ਤੇ ਪ੍ਰਾਨ ਹੋਤ ਜਬ ਨਿਆਰੇ। ਜਦੋਂ ਤਨ ਤੋਂ ਸਰੀਰ ਤੋਂ ਮਹਾਰਾਜ ਕਹਿੰਦੇ ਪ੍ਰਾਣ ਜਦੋਂ ਨਿਆਰੇ ਹੋ ਜਾਂਦੇ ਐ, ਵੱਖਰੇ ਹੋ ਜਾਂਦੇ ਐ, ਨਿਕਲ ਜਾਂਦੇ ਹਨ ਪ੍ਰਾਣ ਸਰੀਰ ਦੇ ਵਿੱਚੋਂ। ਟੇਰਤ ਪ੍ਰੇਤ ਪੁਕਾਰ, ਉਦੋਂ ਪ੍ਰੇਤ ਕਹਿ ਕਰਕੇ ਟੇਰਦੇ ਆ, ਭਾਵ ਬੁਲਾਉਂਦੇ ਆ, ਪੁਕਾਰਦੇ ਆ ਉੱਚੀ। ਇਉਂ ਟੇਰਤ ਪ੍ਰੇਤ ਪੁਕਾਰ, ਪ੍ਰੇਤ ਪ੍ਰੇਤ ਕਹਿ ਕਰਕੇ ਬੁਲਾਉਂਦੇ ਆ, ਭੈ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਜਿਹੜਾ ਹੈ ਨਾ ਆਦਮੀ, ਇਹ ਮੁਰਦਾ ਦੇ, ਇਹਨੂੰ ਕੋਈ ਵੀ ਜਿਹੜਾ ਪ੍ਰੇਮ ਨਹੀਂ ਕਰਦਾ, ਇਹਦੇ ਨੇੜੇ ਨਹੀਂ ਢੁੱਕ ਕੇ ਬੈਠਦਾ। ਮੁਰਦੇ ਨਾਲ ਲੱਗੀ ਹੋਈ ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਅਪਵਿੱਤਰ ਮੰਨਦੇ ਹੈ। ਕਈ ਤਾਂ ਵੇਖੋ ਮਾਇਆ ਏਡਾ ਜ਼ਿਆਦਾ ਭਰਮ ਹੈ ਜੀਵ ਦੇ ਅੰਦਰ, ਜਿਹੜਾ ਮੁਰਦੇ ਨਾਲ ਕੋਈ ਛੋਇਆ ਹੋਇਆ ਕੱਪੜਾ ਉਹਨੂੰ ਤਾਂ ਅਪਵਿੱਤਰ ਮੰਨਦੇ ਆ। ਇੱਥੋਂ ਤੱਕ ਕਈ ਕਿ ਜਿਸ ਨੇ ਵਰਤੇ ਹੋਏ ਕੱਪੜੇ ਹੁੰਦੇ ਆ ਨਾ, ਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਹੈ, ਉਹਦੇ ਸਾਰੇ ਕੱਪੜੇ ਵੀ ਜਿਹੜੇ ਆ ਉਹ ਸਿੱਟ ਦਿੰਦੇ ਆ, ਤੇ ਜਾਂ ਕਿ ਗੁਰਦੁਆਰੇ ਸਾਹਿਬ ਚੜ੍ਹਾਉਣ ਨੂੰ ਚਲੇ ਜਾਂਦੇ ਆ। ਘਰ ਵਿੱਚ ਉਹਦੇ ਕੱਪੜੇ ਰੱਖਣੇ ਵੀ ਅਪਸ਼ਗਨ ਮੰਨਦੇ ਆ, ਕਿ ਖਰੇ ਕਿਤੇ
ਆਪਣੇ ਕੱਪੜਿਆਂ ਦੇ ਮੋਹ ਨਾਲ ਹੀ ਨਾ ਇੱਧਰ ਨੂੰ ਆ ਜਾਵੇ। ਜਿਸ ਸਰੀਰ ਨਾਲ ਇੰਨਾ ਪ੍ਰੇਮ ਕਰਦੇ ਐ, ਮੁੜ ਉਹਦੇ ਦਿਖਾਈ ਦੇਣ ਤੋਂ ਵੀ ਭੈ ਕਰਦੇ ਐ, ਡਰਦੇ ਐ। ਤੇ ਜਿੱਥੇ ਕੀਰਤਪੁਰ ਸਾਹਿਬ ਦੇ ਅੰਦਰ ਮਹਾਰਾਜ ਜੀ ਦੀ ਆਗਿਆ ਹੈ, ਗੁਰਦੁਆਰਾ ਪਤਾਲਪੁਰੀ ਸਾਹਿਬ, ਤੇ ਉੱਥੇ ਅਸਤ ਪ੍ਰਵਾਹ ਕਰਦੇ ਆ ਕਰਕੇ। ਤੇ ਕਈ ਵਾਰੀ ਦਰਸ਼ਨ ਕਰਨ ਜਾਈਏ ਤੇ ਉੱਥੇ ਕੱਪੜਿਆਂ ਦੇ ਢੇਰ ਲੱਗੇ ਹੁੰਦੇ ਐ। ਜੇ ਪੁੱਛੋ ਨਾ ਕਿ ਇਹ ਕੱਪੜੇ ਇਹਨਾਂ ਦਾ ਢੇਰ ਕਿਉਂ ਭਾਈ ਇੱਥੇ ਲੱਗਿਆ ਹੋਇਆ, ਹਟਾਉਂਦੇ ਆ ਬਥੇਰਾ, ਪਰ ਜਿਹੜਾ ਕੋਈ ਚੜ੍ਹਾਈ ਕੀਤਾ ਉਹਦੇ ਅਸਤ ਜਦੋਂ ਪ੍ਰਵਾਹ ਕਰਨ ਆਉਂਦੇ ਉਹਦੇ ਕੱਪੜੇ ਵੀ ਉੱਥੇ ਸਿੱਟ ਜਾਂਦੇ ਆ ਕਰਕੇ। ਤੇ ਜੇ ਉਹਨਾਂ ਕੱਪੜਿਆਂ ਵਿੱਚ ਮਾਇਆ ਪਈ ਆ ਨਾ, ਉਹ ਨਹੀਂ ਸਿੱਟ ਕੇ ਜਾਂਦੇ, ਮਾਇਆ ਕੱਢ ਕੇ ਲੈ ਜਾਂਦੇ ਆ ਤੇ ਕੱਪੜੇ ਸਿੱਟ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਸੰਸਾਰ ਦਾ ਵਿਵਹਾਰ ਹੈ। ਸੰਸਾਰ ਦੇ ਅੰਦਰ ਇਹੋ ਜਿਹਾ ਵਾਹਿਗੁਰੂ ਨੇ ਸਾਰਾ ਇਹ ਬਣਾਵਟ ਜਿਹੜੀ ਹੈ ਬਣਾਈ ਹੋਈ ਹੈ। ਤੇਰਾ ਨੇ ਇਹਦੇ ਵਿੱਚ ਜਿਹੜਾ ਲੱਗ ਗਿਆ ਉਹ ਝੂਠਾ ਏ। ਜਿਉਂਦਿਆਂ ਨਾਲ ਸਾਰੇ ਪਿਆਰ ਕਰਦੇ ਆ, ਜਦੋਂ ਤਨ ਤੋਂ ਮਹਾਰਾਜ ਕਹਿੰਦੇ ਨੇ ਪ੍ਰਾਣ ਨਿਆਰੇ ਹੋ ਜਾਣਗੇ, ਵੱਖਰੇ ਹੋ ਜਾਣਗੇ, ਤੇਰਾ ਤਨ ਛੁਟਕ ਜਾਵੇਗਾ, ਤੇ ਫਿਰ ਟੇਰਤ ਪ੍ਰੇਤ ਪੁਕਾਰ ਕਰਕੇ, ਟੇਰ ਕੇ ਭਾਵ ਉੱਚੀ ਬੋਲ ਕਰਕੇ ਪ੍ਰੇਤ ਹੀ ਕਹਿਣਗੇ। ਉਸ ਸਮੇਂ ਤੇਰੇ ਨਾਲ ਕੋਈ ਨੇ ਪ੍ਰੇਮ ਨਹੀਂ ਕਰੇਗਾ। ਆਦ ਘਰੀ ਕੋ ਨਹਿ ਰਾਖੈ। ਜਿਸ ਘਰ ਦੇ ਅੰਦਰ ਤੂੰ ਰਹਿਣਾ ਹੈ ਤੇ ਦਿਨੇ ਜਾਵੇਂ ਕਿਤੇ ਕੰਮ ਤੇ ਖਿੱਚ ਲੱਗੀ ਰਹਿੰਦੀ ਹੈ, ਘਰ ਨੂੰ ਜਾਣਾ ਤੇ ਮੋਹ 'ਚ ਬੱਝਾ ਹੋਇਆ, ਫਿਰ ਸ਼ਾਮ ਨੂੰ ਘਰੇ ਆਣ ਵੜਦਾ ਤੇ ਜਿਹੜਾ ਹੈ ਵਿਸ਼ੇ ਸੁੱਖ ਨੂੰ ਭੋਗਦਾ, ਸੰਸਾਰ ਦੇ ਪਦਾਰਥਾਂ ਦੇ ਸੁੱਖਾਂ ਨੂੰ ਭੋਗਦਾ, ਵਾਹਿਗੁਰੂ ਨੂੰ ਭੁਲਾਇਆ ਹੋਇਆ। ਮਹਾਰਾਜ ਕਹਿੰਦੇ ਵੇਖ, ਜਦੋਂ ਤੇਰੇ ਸਰੀਰ ਤੋਂ ਪ੍ਰਾਣ ਵੱਖਰੇ ਹੋ ਗਏ ਨਾ, ਤੇ ਉਹੋ ਹੀ ਤੇਰਾ ਘਰ ਤੇ ਉਹੀ ਤੇਰਾ ਸਰੀਰ। ਆਦ ਘੜੀ ਕੋਈ ਨਹਿ ਰਾਖੈ। ਫਿਰ ਅੱਧੀ ਘੜੀ ਵੀ ਤੈਨੂੰ ਕਿਸੇ ਨੇ ਆਪਣੇ ਘਰ ਵਿੱਚ ਨਹੀਂ ਰੱਖਣਾ। ਹੁਣ ਤਾਂ ਘਰ ਨਾ ਆਵੇ ਤੇ ਘਰ ਦੇ ਫਿਕਰ ਕਰਨ ਲੱਗ ਜਾਂਦੇ ਆ। ਉਦੋਂ ਫਿਰ ਕਿਨ ਫਿਕਰ ਕਰਨਾ ਜਦੋਂ ਤੈਨੂੰ ਸ਼ਮਸ਼ਾਨ ਭੂਮਿਕਾ 'ਚ ਛੱਡ ਆਉਣਾ। ਫਿਰ ਨਹੀਂ ਤੇਰਾ ਫਿਕਰ ਕਰਨਾ ਕਿਸੇ ਨੇ ਕਿ ਤੂੰ ਆਇਆ ਨਹੀਂ। ਮਹਾਰਾਜ ਕਹਿੰਦੇ ਅੱਧੀ ਘੜੀ ਵੀ ਕੋਈ ਤੈਨੂੰ ਘਰ ਵਿੱਚ ਨਹੀਂ ਰੱਖੇਗਾ। ਵੇਖ ਜਿਸ ਘਰ ਨਾਲ, ਜਿਸ ਸਰੀਰ ਨਾਲ ਤੂੰ ਮੋਹ ਪਾਈ ਬੈਠਾ ਹੈ, ਆਦ ਘੜੀ ਕੋਈ ਨਹਿ ਰਾਖੈ। ਅੱਧੀ ਘੜੀ ਨਹੀਂ ਰੱਖਦੇ, ਕਿਉਂਕਿ ਕਹਿੰਦੇ ਮੁੱਦਾ ਬਦਬੋ ਮਾਰਨ ਲੱਗ ਜਾਂਦਾ। ਜੇ ਰਿਸ਼ਤੇਦਾਰਾਂ ਦੀ ਉਡੀਕ ਵੀ ਕਰਦੇ ਆ, ਬਰਫਾਦ ਕਲਾ ਕਰਕੇ ਮਸਾਂ ਰੱਖਦੇ ਆ, ਉਹਨਾਂ ਚਿਰ ਘਰ ਵਿੱਚ ਜਿਹੜਾ ਹੈ ਉਹ ਮਾਤਮ ਛਾਇਆ ਰਹਿੰਦਾ। ਫਿਰ ਹੌਲੀ ਹੌਲੀ 2-4 ਦਿਨ ਲੰਘਦੇ ਆ, ਅਫਸੋਸ ਵਿੱਚ ਫਿਰ ਸਾਰੇ ਨਾਤੇ ਵੀ ਕਹਿਣ ਲੱਗ ਜਾਂਦੇ ਆ, ਹੁਣ ਕੀ ਤੁਸੀਂ ਐਵੇਂ ਆਪਣਾ ਮੂੰਹ ਜਿਹੜਾ ਉਹ ਉਦਾਸੀ ਵਾਲਾ ਬਣਾਇਆ ਹੋਇਆ, ਕਿਹੜਾ ਕਿਸੇ ਮਰਿਆਂ ਦੇ ਨਾਲ ਕੋਈ ਮਰਿਆ। ਜਗਤ ਵਿੱਚ ਜੀਵਨ ਤਾਂ ਜਿਉਣਾ ਹੀ ਹੈ ਨਾ, ਛੱਡੋ ਹੁਣ ਇਹ ਉਦਾਸੀ, ਛੱਡੋ ਇਹ ਮਾਤਮ, ਤੇ ਬਸ ਉਸੇ ਤਰ੍ਹਾਂ ਹੀ ਫਿਰ ਖਿਲਬਲੀਆਂ, ਫਿਰ ਉਹ ਮਾਇਆ ਦਾ ਹੀ ਜ਼ੋਰ ਪ੍ਰਬਲ। ਅਖੇ ਜੀ ਮਨ ਜਿਹੜਾ ਹੈ ਉਹ ਫਿਰ ਕਈ ਕਹਿੰਦੇ ਆ ਕਿ ਡਿਪਰੈਸ਼ਨ ਵਿੱਚ ਚਲੇ ਜਾਂਦਾ। ਤੇ ਕਿਉਂ ਉਦਾਸੀ ਰੱਖਣੀ ਹੈ, ਖਾਓ ਪੀਓ ਮੌਜ ਹੰਡਾਓ, ਮਰਨ ਦਾ ਡਰ ਨਹੀਂ ਮਨ 'ਚ ਵਸਾਉਣਾ ਚਾਹੀਦਾ। ਪਰ ਸਤਿਗੁਰੂ ਜੀ ਦੇ ਕਹਿੰਦੇ ਆ ਕਿ ਮੌਤ ਦੇ ਡਰ ਨੂੰ ਚੇਤੇ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਸੰਸਾਰ ਕਹਿੰਦਾ ਇਹ ਗੱਲਾਂ ਚੇਤੇ ਨਹੀਂ ਕਰਨੀਆਂ ਚਾਹੀਦੀਆਂ, ਮਨ ਉਦਾਸ ਹੁੰਦਾ। ਹਜੂਰ ਕਹਿੰਦੇ ਮਰਨਾ ਚੇਤੇ ਕਰਕੇ ਮਨ ਨੂੰ ਉਦਾਸ ਕਰ ਤੇ ਵਾਹਿਗੁਰੂ ਦੇ ਨਾਮ ਵਿੱਚ ਜੁੜ, ਫਿਰ ਤੈਨੂੰ ਸਦਾ ਲਈ ਉਦਾਸੀ ਖਤਮ ਹੋ ਜਾਵੇਗੀ। ਫਿਰ ਤੇਰੇ ਸਰੀਰ ਦੇ ਛੱਟਣ ਕਰਕੇ ਤੈਨੂੰ ਗਮ ਨਹੀਂ ਹੋਵੇਗਾ, ਝੋਰਾ ਨਹੀਂ ਹੋਵੇਗਾ, ਕਿਉਂਕਿ ਤੂੰ ਜਿਉਂਦਿਆਂ ਜੀ ਜਦੋਂ ਇਹਨਾਂ ਵਿੱਚ ਨੇਹ ਨਹੀਂ ਲਾਇਆ, ਜਿਉਂਦਿਆਂ ਜੀ ਇਹਨਾਂ ਵਿੱਚ ਪ੍ਰੇਮ ਨਹੀਂ ਕੀਤਾ, ਤੇ ਫਿਰ ਤੈਨੂੰ ਸਰੀਰ ਦੇ ਛੱਡਣ ਦਾ ਭੋਰਾ ਵੀ ਦੁੱਖ ਨਹੀਂ ਹੋਣਾ, ਭੋਰਾ ਵੀ ਤੇਰੇ ਅੰਦਰ ਚਿੰਤਾ ਤੇ ਫਿਕਰ ਨਹੀਂ ਹੋਵੇਗਾ। ਸੁਰਖਰੂ ਹੋ ਕੇ ਸੰਸਾਰ ਤੂੰ ਜਾਵੇਂਗਾ। ਪਰ ਜੇਕਰ ਕਿ ਤੂੰ ਸੰਸਾਰ ਦੀਆਂ ਦੇਹਾਂ ਵਿੱਚ, ਇਹ ਨਾਤਿਆਂ ਵਿੱਚ, ਝੂਠੇ ਪ੍ਰੇਮ ਵਿੱਚ ਫਸਿਆ ਹੋਇਆ, ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਤੇਰਾ ਮੋਹ ਲੱਗਾ ਹੋਇਆ ਨਾ, ਅੱਧੀ ਘੜੀ ਵੀ ਤੈਨੂੰ ਕਿਸੇ ਇਸ ਘਰ ਵਿੱਚ ਨਹੀਂ ਰੱਖਣਾ। ਘਰ ਤੇ ਦੇਤ ਨਿਕਾਰ। ਘਰ ਦੇ ਵਿੱਚੋਂ ਤੈਨੂੰ ਕੱਢ ਦੇਣਗੇ, ਛੇਤੀ ਕਰਨਗੇ ਕਿ ਭਈ ਛੇਤੀ ਕਰੋ, ਸੰਸਕਾਰ ਕਰੀਏ, ਬਹੁਤਾ ਚਿਰ ਦੇਹ ਨੂੰ ਰੱਖਣਾ ਨਹੀਂ ਚਾਹੀਦਾ। ਮਹਾਰਾਜ ਜੀ ਨੇ ਕਿਹਾ ਨਾ ਬਾਣੀ ਵਿੱਚ ਕਿ ਮਹਿਲ ਨਸਖਣ ਰਹਿ ਗਏ, ਵਾਸਾ ਆਇਆ ਤਲ।
ਜਦੋਂ ਫਿਰ ਏਡੀਆਂ ਏਡੀਆਂ ਮਹਿਲ ਮਾਰੀਆਂ ਉਹ ਸਾਰੀਆਂ ਖਾਲੀ ਰਹਿ ਜਾਣਗੀਆਂ। ਤੈਨੂੰ ਅੰਤ ਨੂੰ ਤਲ ਤੇ ਹੀ ਲਟਾ ਦਿੱਤਾ ਜਾਣਾ ਹੈ। ਜਿਸ ਘਰ ਦੀ ਤੂੰ ਗਹਿਰੀ ਕਰਕੇ ਨੀਂਵ ਖਦਾਈ, ਉੱਪਰ ਮੰਡਪ ਛਾਏ, ਬੜੀਆਂ ਬੜੀਆਂ ਉੱਤੇ ਮਹਿਲ ਮਾੜੀਆਂ ਪਾਉਣਾ ਹੈ, ਉਸ ਘਰ ਤੋਂ ਤੈਨੂੰ ਕੱਢ ਦੇਣਗੇ, ਅੱਧੀ ਘੜੀ ਨਹੀਂ ਰੱਖਣਗੇ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ। ਮਹਾਰਾਜ ਕਹਿੰਦੇ ਨੇ ਭਾਈ ਇਹ ਜਿਹੜੀ ਜਗਤ ਦੀ ਰਚਨਾ ਹੈ ਨਾ, ਤੋ ਰਚਨਾ ਤੇ ਵਿਸ਼ਰਾਮ ਲਾਓ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ। ਇਹ ਜਗਤ ਦੀ ਰਚਨਾ ਜਿਹੜੀ ਹੈ ਸਤਿਗੁਰੂ ਜੀ ਕਹਿੰਦੇ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੈ। ਮ੍ਰਿਗ ਤ੍ਰਿਸ਼ਨਾ ਮਾਰੂ ਥਲ ਦੇ ਅੰਦਰ ਜਦੋਂ ਭੱਖ ਲੱਗਦੇ ਆ ਨਾ ਤੇ ਹਿਰਨ ਨੂੰ, ਮ੍ਰਿਗ ਹਿਰਨ ਨੂੰ ਕਹਿੰਦੇ ਆ, ਤੇ ਤ੍ਰਿਸ਼ਨਾ ਕਹਿੰਦੇ ਪਿਆਸ ਨੂੰ, ਖਿੱਚ ਨੂੰ। ਉਹਨੂੰ ਭੱਖ ਲੱਗਦੇ ਜਦੋਂ ਉਹ ਫਿਰ ਪਾਣੀ ਪ੍ਰਤੀਤ ਹੁੰਦਾ ਗਰਮੀ ਦੇ ਜ਼ੋਰ ਨਾਲ, ਤੇ ਪਿਆਸ ਨਾਲ ਸੰਗ ਸੁੱਕਦਾ, ਗਰਮੀ ਦੇ ਜ਼ੋਰ ਨਾਲ ਤਾਲੂ ਖੁਸ਼ਕ ਹੁੰਦਾ, ਦੌੜਦਾ ਬੜੀ ਤੇਜ਼ੀ ਨਾਲ। ਜਦੋਂ ਉੱਥੇ ਪਹੁੰਚਦਾ ਉੱਥੇ ਪਾਣੀ ਹੁੰਦਾ ਹੀ ਨਹੀਂ। ਫਿਰ ਉੱਥੋਂ ਅੱਗੇ ਤੱਕਦਾ, ਉਹਨੂੰ ਹੋਰ ਥਾਂ ਦੂਰ ਪਾਣੀ ਪ੍ਰਤੀਤ ਹੁੰਦਾ, ਉੱਥੇ ਦੌੜ ਕੇ ਜਾਂਦਾ, ਉੱਥੇ ਵੀ ਪਾਣੀ ਨਹੀਂ ਉਹਨੂੰ ਲੱਭਦਾ। ਮਹਾਰਾਜ ਕਹਿੰਦੇ ਇਹ ਜੱਗ ਜਿਹੜਾ ਨਾ, ਇਹ ਜਗਤ ਦੀ ਰਚਨਾ ਜਿਹੜੀ ਹੈ, ਹਜ਼ੂਰ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੈ। ਜਦੋਂ ਬਚਪਨ ਹੁੰਦਾ ਸੋਚਦਾ ਜਵਾਨ ਹੋ ਗਿਆ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਾਂਗਾ, ਉਦੋਂ ਸੁੱਖ ਹੋਊਗਾ। ਜਵਾਨੀ ਆ ਗਈ, ਵਿਸ਼ੇ ਜ਼ੋਰ ਮਾਰਦੇ ਐ, ਸੋਚਦਾ ਹੁਣ ਮੇਰਾ ਵਿਆਹ ਕਾਰਜ ਹੋ ਗਿਆ, ਬਸ ਫਿਰ ਵਿਸ਼ੇ ਭੋਗਾਂਗੇ, ਸੁਖੀ ਹੋ ਜਾਾਂਗੇ। ਬਸ ਉਦੋਂ ਜਦੋਂ ਫਿਰ ਉੱਥੇ ਪਹੁੰਚਦਾ ਫਿਰ ਸੋਚਦਾ ਹਾਂ ਬੱਚੇ ਹੋਣਗੇ ਫਿਰ ਸੁਖੀ ਹੋ ਜਾਵਾਂਗਾ। ਫਿਰ ਜਦੋਂ ਬੱਚੇ ਹੋ ਜਾਂਦੇ ਆ ਉਹਨਾਂ ਦੇ ਉਨੇ ਹੀ ਜਿਹੜੇ ਆ ਫਾਹੀਆਂ ਗਲ ਵਿੱਚ ਪੈਂਦੀਆਂ ਜਾਂਦੀਆਂ, ਮੋਹ ਦੀਆਂ, ਫਸਦਾ ਜਾਂਦਾ ਹੈ। ਸੋਚਦਾ ਹੁਣ ਬੱਚੇ ਵਿਆਹ ਲਏ ਨਾ ਤੇ ਫਿਰ ਸੁਖੀ ਹੋ ਜਾਵਾਂਗੇ, ਸੁਰਖਰੂ ਹੋਵਾਂਗੇ, ਫਿਰ ਭਜਨ ਕਰਾਂਗੇ। ਉਦੋਂ ਦੂਰ ਫਿਰ ਇਹਨੂੰ ਜਲ ਪ੍ਰਤੀਤ ਹੁੰਦਾ, ਸੁਖ ਰੂਪੀ ਜਲ। ਜਦੋਂ ਬੱਚੇ ਵਿਆਹ ਲੈਂਦਾ 45-50 ਸਾਲ ਦੀ ਉਮਰ ਤੱਕ ਗੋਡੇ ਦਰਦ ਕਰਨ ਲੱਗ ਜਾਂਦੇ ਹੈ, ਹੌਲੀ ਹੌਲੀ ਸਰੀਰ ਸਿਥਲ ਹੋ ਜਾਂਦਾ ਹੈ, ਸਰੀਰ ਦਾ ਬਲ ਘਟ ਜਾਂਦਾ, ਫਿਰ ਭਜਨ ਕਰਨ ਦਾ ਜ਼ੋਰ ਨਹੀਂ ਰਹਿੰਦਾ। ਫਿਰ ਜਿਹੜੀਆਂ ਬਾਹਰੋਂ ਦਵਾਈਆਂ ਲੈ ਲੈ ਕੇ ਹੋਰ ਕਈ ਜਿਹੜੇ ਚੰਗੇ ਫਲ ਆਦਿ ਖਾ ਖਾ ਕੇ ਸੋਚਦਾ ਕਿ ਫਿਰ ਜ਼ੋਰ ਪਵੇ ਸਰੀਰ ਵਿੱਚ। ਫਿਰ ਕਿੱਥੋਂ ਜ਼ੋਰ ਪੈਂਦਾ, ਕਿਉਂਕਿ ਘਟਦਾ ਘਟ ਜਾਂਦਾ। ਵਾਹਿਗੁਰੂ ਨੇ ਅੰਦਰ ਜਿਹੜਾ ਜ਼ੋਰ ਪਾਇਆ ਨਾ, ਮਹਾਰਾਜ ਕਹਿੰਦੇ ਭਾਈ ਇਹ ਬਾਹਰੋਂ ਉਹ ਸੱਤਾ ਦਾ ਜ਼ੋਰ ਨਹੀਂ ਪ੍ਰਾਪਤ ਹੁੰਦਾ। ਤੇ ਜੇ ਕਰਕੇ ਤੂੰ ਭਜਨ ਕਰ ਲਵੇਂ, ਨਾਮ ਜਪ ਲਵੇਂ, ਮਹਾਰਾਜ ਕਹਿੰਦੇ ਫਿਰ ਤੇਰਾ ਇਹ ਜੀਵਨ ਸਫਲਾ ਹੋ ਸਕਦਾ। ਪਰ ਤੂੰ ਮ੍ਰਿਗ ਤ੍ਰਿਸ਼ਨਾ ਦੀ ਇਹ ਜਗਤ ਦੀ ਰਚਨਾ ਹੈ, ਹਿਰਨ ਦੇ ਵਾਂਗ ਪਿਆਸਾ, ਇਹ ਜੀਵ ਰੂਪੀ ਹਿਰਨ ਮੈਂ, ਤੇ ਇਹਨੂੰ ਪਿਆਸ ਲੱਗਦੀ ਹੈ ਸੁਖ ਰੂਪੀ ਜਲ ਦੀ, ਤੇ ਸੋਚਦਾ ਹੈ ਕਿ ਇਸ ਸੰਸਾਰ ਵਿੱਚੋਂ ਮੈਨੂੰ ਸੁੱਖ ਮਿਲ ਜਾਏਗਾ, ਪਦਾਰਥਾਂ ਦੇ ਸਵਾਦ ਵਿੱਚੋਂ, ਇਹ ਰਸਾਂ ਦੇ ਸਵਾਦ ਵਿੱਚੋਂ, ਤੇ ਸਰੀਰਾਂ ਦੇ ਕਾਮ ਚੇਸ਼ਟਾ ਦੇ ਵਿੱਚੋਂ। ਪਰ ਮਹਾਰਾਜ ਕਹਿੰਦੇ ਸੁਖੀ ਨਹੀਂ ਹੁੰਦਾ। ਦੌੜਦਾ ਜਿਵੇਂ ਉਹ ਹਿਰਨ ਦਮ ਤੋੜ ਜਾਂਦਾ ਹੈ ਨਾ, ਇਵੇਂ ਜੀਵ ਦੀ ਜੀਵਨ ਯਾਤਰਾ ਸਮਾਪਤ ਹੋ ਜਾਂਦੀ ਹੈ। ਇਹ ਜਗਤ ਦੀ ਰਚਨਾ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੈ। ਇਹ ਜੀਵ ਦੌੜਦਾ ਹੀ ਰਹਿੰਦਾ ਸੁੱਖ ਦੀ ਪ੍ਰਾਪਤੀ ਵਾਸਤੇ, ਪਰ ਸੁੱਖ ਨਹੀਂ ਇਸ ਨੂੰ ਮਿਲਦਾ। ਇਹ ਮਹਾਰਾਜ ਕਹਿੰਦੇ ਜਗਤ ਦੀ ਰਚਨਾ ਭਾਈ ਐਸੀ ਹੈ। ਯਹ ਦੇਖੋ ਹਿਰਦੈ ਵਿਚਾਰ। ਯਹ ਇਸ ਗੱਲ ਨੂੰ ਮਹਾਰਾਜ ਕਹਿੰਦੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਓ। ਜੇ ਸਤਿਗੁਰੂ ਜੀ ਕਹਿੰਦੇ ਪ੍ਰਤੀਤ ਨਹੀਂ ਆਉਂਦਾ ਤਾਂ ਵਿਚਾਰ ਕੇ ਵੇਖੋ ਕਿ ਜਿਹੜੇ ਪਦਾਰਥ ਜਵਾਨੀ ਵਿੱਚ ਪਕੜੇ ਹੋਏ ਸੀ ਅੱਜ ਨਹੀਂ ਕੋਲ ਰਹੇ, ਜਿਹੜੇ ਹੁਣ ਮਨ ਪਕੜ ਕਰ ਰਿਹਾ ਇਹ ਬਿਰਧ ਅਵਸਥਾ ਤੱਕ ਨਹੀਂ ਕੋਲ ਰਹਿਣੇ। ਕੋਈ ਚੀਜ਼ ਨਾਲ ਨਹੀਂ ਨਿਭਦੀ। ਜੇ ਪਦਾਰਥ ਕੋਈ ਨਾਲ ਰਹਿੰਦਾ ਵੀ ਹੈ ਦੇਰ ਤੱਕ ਤੇ ਸਰੀਰ ਦੇ ਨਾਲ ਥੋੜ੍ਹਾ ਨਿਭਦਾ ਮਰਨ ਲੱਗਿਆ। ਕੋਈ ਵੀ ਦੇਹ, ਕੋਈ ਸਰੀਰ ਦੇ ਨਾਲ ਜਿਹੜੇ ਹੈ ਜੁੜੇ ਹੋਏ ਰਸ-ਕਸ ਪਦਾਰਥ, ਇਹ ਮਹਾਰਾਜ ਕਹਿੰਦੇ ਧਨ ਮਾਇਆ ਕੁਛ ਵੀ ਨਾਲ ਨਹੀਂ ਨਿਭਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਹਜ਼ੂਰ ਫਰਮਾਉਂਦੇ ਹਨ, ਇਸ ਗੱਲ ਨੂੰ ਆਪਣੇ ਹਿਰਦੇ ਦੇ ਅੰਦਰ ਹਜ਼ੂਰ ਕਹਿੰਦੇ ਵਿਚਾਰ ਕੇ ਦੀਰਘ ਸੋਚ ਨਾਲ ਨਿਰਣਾ ਕਰਕੇ ਵੇਖ ਲਓ ਕਿ ਜਗਤ ਦੀ ਰਚਨਾ ਜਿਹੜੀ ਹੈ ਇਹ ਮਹਾਰਾਜ ਕਹਿੰਦੇ ਨੇ ਹੱਥ ਨਹੀਂ ਜੀਵ ਦੇ ਆ ਸਕਦੀ।
ਇਸ ਨੂੰ ਪਕੜ ਨਹੀਂ ਸਕਦਾ ਹੈ। ਇਹ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਨਾਸ਼ਵੰਤ ਹੈ। ਉਹ ਮਿਰਗ ਤ੍ਰਿਸ਼ਨਾ ਦਾ ਜਲ ਜਿਹੜਾ ਉਹ ਜਲ ਹੈ ਉਹ ਤਾਂ ਹੈ ਉੱਥੇ ਪਹਿਲਾਂ ਵੀ ਨਹੀਂ ਸੀਗਾ ਤੇ ਹੁਣ ਵੀ ਹੈ ਨਹੀਂ, ਤੇ ਬਾਅਦ ਵਿੱਚ ਕੀ ਹੋਣਾ? ਜਿਹੜੀ ਚੀਜ਼ ਪਹਿਲਾਂ ਨਹੀਂ ਤੇ ਵਰਤਮਾਨ ਚ ਨਹੀਂ, ਉਹਨੇ ਬਾਅਦ ਚ ਕੀ ਹੋਣਾ? ਤੇ ਪਰ ਕੇਵਲ ਹਿਰਨ ਨੂੰ ਦਿਸਣ ਮਾਤਰ ਦਿਸਦਾ, ਦਿਖਾਈ ਤਾਂ ਦਿੰਦਾ ਨਾ ਜਲ ਹੈ ਉੱਥੇ, ਤਾਂ ਹੀ ਤਾਂ ਦੌੜਦਾ। ਇਸੇ ਤਰ੍ਹਾਂ ਇਹ ਮਾਇਕੀ ਸੁੱਖ, ਇਹ ਸੰਸਾਰ, ਇਹਦੀ ਰਚਨਾ ਸਾਰੀ, ਇਹ ਜਿਹੜਾ ਕੁਝ ਸਾਨੂੰ ਸੁੱਖ ਰੂਪ ਪ੍ਰਤੀਤ ਹੋ ਰਿਹਾ, ਮਹਾਰਾਜ ਕਹਿੰਦੇ ਪਹਿਲਾਂ ਵੀ ਹੈ ਨਹੀਂ ਸੀ, ਹੁਣ ਵੀ ਹੈ ਨਹੀਂ। ਮਿੱਥਿਆ ਦੱਸਿਆ ਨਾ ਇਹਨੂੰ, ਤੇ ਮਹਾਰਾਜ ਕਹਿੰਦੇ ਹੁਣ ਵੀ ਹੈ ਨਹੀਂ। ਜਿਹੜੀ ਚੀਜ਼ ਫਿਰ ਪਹਿਲਾਂ ਨਹੀਂ ਹੁਣ ਨਹੀਂ, ਇਹ ਜਗਤ ਦੇ ਸੁੱਖ ਬਾਅਦ ਵਿੱਚ ਨਾਲ ਕਿਵੇਂ ਨਿਭ ਜਾਣਗੇ? ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਇਹ ਸਾਰਾ ਜੋ ਕੁਝ ਤੈਨੂੰ ਪਸਾਰਾ ਦਿਸ ਰਿਹਾ ਹੈ, ਇਹ ਸਾਰੀ ਰਚਨਾ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਆਪਣੇ ਅੰਦਰ ਵਿਚਾਰ ਕੇ ਸੋਚ ਕੇ ਵੇਖ ਲੈ। ਕਹੋ ਨਾਨਕ ਭਜ ਰਾਮ ਨਾਮ ਨਿਤ। ਇਸ ਕਰਕੇ ਮਹਾਰਾਜ ਕਹਿੰਦੇ ਆ ਨਿਤਾ ਪ੍ਰਤੀ ਵਾਹਿਗੁਰੂ ਦਾ ਭਜਨ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ। ਜੇ ਤੂੰ ਆਪਣੇ ਸਰੀਰ ਦੀ ਸਦਗਤੀ ਚਾਹੁੰਦਾ ਹੈ, ਜਾ ਤੇ ਹੋਤ ਉਧਾਰ। ਜਾ ਜਿਸ ਕਰਕੇ, ਜਿਸ ਸਿਮਰਨ ਦੇ ਕਰਨੇ ਕਰਕੇ, ਮਹਾਰਾਜ ਕਹਿੰਦੇ ਜਿਸ ਰਾਮ ਦੇ ਨਾਮ ਦੇ ਜਪਣੇ ਕਰਕੇ ਜਾ ਤੇ ਹੋਤ ਉਧਾਰ, ਫਿਰ ਤੇਰਾ ਉਧਾਰ ਹੋ ਜਾਵੇਗਾ, ਤੇਰੀ ਕਲਿਆਣ ਹੋ ਜਾਵੇਗੀ, ਸੰਸਾਰ ਵਿੱਚ ਆਇਆ ਤੇਰਾ ਸਫਲਾ ਹੋ ਜਾਵੇਗਾ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਰਾਮ ਦੇ ਨਾਮ ਦਾ ਨਿਤਾ ਪ੍ਰਤੀ ਭਜਨ ਕਰ। ਸ਼ਰੀਰਾਂ ਦਾ ਝੂਠਾ ਮੋਹ ਆਪਣੇ ਮਨ ਵਿੱਚ ਵਸਾ ਕਰਕੇ ਆਪਣੇ ਸਮੇਂ ਨੂੰ ਅਜਾਈ ਨਾ ਗਵਾ। ਇਹ ਹਜ਼ੂਰ ਨੇ ਵੇਖੋ ਉਸ ਸਿੱਖ ਨੂੰ ਸਿੱਖਿਆ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਸੰਸਾਰ ਦਾ ਸੱਚੇ ਪਾਤਸ਼ਾਹ ਨੇ, ਮੋਹ ਗਰੀਬ ਨਵਾਜ ਜੀ ਨੇ ਦਿਖਾਇਆ। ਅਗਲਾ ਸ਼ਬਦ ਵੀ ਮਹਾਰਾਜ ਉੱਥੇ ਹੀ ਪ੍ਰਥਾਏ ਉਚਾਰਨ ਕਰਦੇ ਆ। ਤੋ ਫਿਰ ਸੁਣੀਏ ਤੇ ਆਪਾਂ ਫਿਰ ਸਮਾਪਤੀ ਕਰਾਂਗੇ, ਥੋੜਾ ਸਮਾਂ ਹੋਰ ਲੱਗੇਗਾ। ਦੇਵ ਗੰਧਾਰੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇਵ ਗੰਧਾਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਜਗਤ ਦੇ ਅੰਦਰ ਜਿਹੜੀ ਦੇਹਾਂ ਦੀ ਪ੍ਰੀਤ ਹੈ ਨਾ, ਮਹਾਰਾਜ ਕਹਿੰਦੇ ਅਸੀਂ ਭਾਈ ਵੇਖੀ ਹੈ ਝੂਠੀ ਹੈ। ਇਹ ਸਤਿਗੁਰੂ ਜੀ ਕਹਿੰਦੇ ਆ ਜਦੋਂ ਗਿਆਨ ਦ੍ਰਿਸ਼ਟੀ ਨਾਲ ਭਾਈ ਵੇਖੋਗੇ ਤਾਂ ਇਹ ਝੂਠੀ ਦਿਸ ਆਵੇਗੀ, ਪ੍ਰਤੀਤ ਹੋ ਆਵੇਗੀ, ਵੇਖ ਲਵੋਗੇ। ਇਹ ਜਗਤ ਦੀਆਂ ਸਾਰੀਆਂ ਪ੍ਰੀਤਾਂ ਜਿਹੜੀਆਂ ਹਨ ਨਾ, ਮਹਾਰਾਜ ਕਹਿੰਦੇ ਝੂਠੀਆਂ ਹਨ, ਇਹ ਸਾਰੇ ਨੇ ਝੂਠੇ ਹਨ। ਆਪਣੇ ਹੀ ਸੁਖ ਸਿਓ ਸਭ ਲਾਗੇ। ਸਾਰੇ ਆਪੋ ਆਪਣੇ ਸੁਖ ਵਿੱਚ ਹੀ ਲੱਗੇ ਹੋਏ ਐ। ਜੇ ਕਰਕੇ ਕੋਈ ਮੁਰਦੇ ਨੂੰ ਰੋਂਦਾ ਹੈ ਨਾ, ਤਾਂ ਮਹਾਰਾਜ ਕਹਿੰਦੇ ਉਹਨੂੰ ਨਹੀਂ ਰੋਂਦਾ ਹੈ, ਇਹ ਤਾਂ ਉਹਦੇ ਦੁਆਰਾ ਪ੍ਰਾਪਤ ਹੋਏ ਸੁੱਖਾਂ ਨੂੰ ਰੋਂਦੇ ਐ। ਜਿਵੇਂ ਸਹੁਰਾ ਬਿਰਧ ਅਵਸਥੇ ਚੜ੍ਹਾਈ ਕਰ ਗਿਆ ਤੇ ਨੂੰਹਾਂ ਭੁੱਬਾਂ ਮਾਰ ਮਾਰ ਰੋਂਦੀਆਂ, ਨਾਲ ਕਹਿੰਦੀਆਂ ਹਾਏ ਪਾਪਾ ਜੀ ਸਬਜ਼ੀ ਲਿਆ ਦਿੰਦੇ ਹੁੰਦੇ ਸੀ, ਪਾਪਾ ਜੀ ਬੱਚਿਆਂ ਨੂੰ ਸਕੂਲ ਛੱਡ ਆਉਂਦੇ ਹੁੰਦੇ ਸੀ। ਰੋ ਤਾਂ ਉਹਨਾਂ ਸੁੱਖਾਂ ਨੂੰ ਰਹੇ ਜਿਹੜੇ ਪਾਪਾ ਜੀ ਦੁਆਰਾ ਪ੍ਰਾਪਤ ਹੋ ਰਹੇ ਸੀ, ਤੇ ਹੋਰ ਉਹਨਾਂ ਨੂੰ ਤਾਂ ਨਹੀਂ ਕੋਈ, ਸਰੀਰਾਂ ਨੂੰ ਤਾਂ ਨਹੀਂ ਕੋਈ ਰੋਂਦਾ। ਮਹਾਰਾਜ ਕਹਿੰਦੇ ਨੇ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਾਰੀ ਪ੍ਰੀਤ ਝੂਠੀ ਹੈ ਇਸ ਜਗਤ ਦੇ ਅੰਦਰ। ਮਹਾਰਾਜ ਕਹਿੰਦੇ ਅਸੀਂ ਵੇਖੀ ਹੈ। ਭਾਈ ਤੁਸੀਂ ਵੀ ਵੇਖ ਸਕਦੇ ਹੋ ਜੇ ਗੁਰੂ ਜੀ ਦੇ ਗਿਆਨ ਨੂੰ ਹਾਸਲ ਕਰੋ ਤਾਂ। ਮਹਾਰਾਜ ਨੇ ਕਿਹਾ ਆਪਣੇ ਹੀ ਸੁੱਖ ਸਿਓ ਸਭ ਲਾਗੇ। ਸਾਰੇ ਆਪੋ ਆਪਣੇ ਸੁੱਖ ਵਿੱਚ ਹੀ ਇੱਕ ਦੂਸਰੇ ਨਾਲ ਲੱਗੇ ਹੋਏ, ਜੁੜੇ ਹੋਏ ਆ। ਕਿਆ ਦਾਰਾ ਕਿਆ ਮੀਤ। ਹਜ਼ੂਰ ਕਹਿੰਦੇ ਕੀ ਦਾਰਾ ਇਸਤਰੀ ਤੇ ਕੀ ਤੇਰੇ ਮਿੱਤਰ। ਇਹ ਸਾਰੇ ਆਪੋ ਆਪਣੇ ਮਤਲਬ ਕਰਕੇ ਹੀ, ਆਪੋ ਆਪਣੇ ਸੁੱਖ ਕਰਕੇ ਹੀ ਮਹਾਰਾਜ ਕਹਿੰਦੇ ਤੇਰੇ ਨਾਲ ਮਿਲ ਬੈਠਦੇ ਆ, ਤੇਰੇ ਨਾਲ ਪ੍ਰੀਤ ਕਰਦੇ ਆ। ਤੂੰ ਦੇਹ ਕਰਕੇ ਧਰਮ ਨਿਭਾ ਲੈ, ਮਨ ਕਰਕੇ ਨਿਰੰਕਾਰ ਨਾਲ ਪ੍ਰੇਮ ਪਾ, ਸੱਚੀ ਪ੍ਰੀਤ ਪਾ। ਜਿਵੇਂ ਭਗਤਾਂ ਨੇ ਪਾਈ ਨਾ, ਕਿਹਾ ਭਗਤ ਰਵਿਦਾਸ ਜੀ ਨੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਬਰ ਸੰਗ ਤੋਰੀ। ਪਰ ਤੂੰ ਤਾਂ ਸੱਚੀ ਪ੍ਰੀਤ ਜਿਹੜੀ ਹੈ ਉਹ ਦੇਹਾਂ ਨਾਲ ਲਾ ਲਈ ਹੈ, ਸੱਚੀ ਪ੍ਰੀਤ ਪਦਾਰਥਾਂ ਨਾਲ, ਜਾਇਦਾਦ ਨਾਲ ਲਾ ਲਈ ਹੈ। ਖਾਣ ਦੇ ਲੋਭ ਕਰਕੇ ਫਸਿਆ ਰਹਿਣਾ ਹਰ ਵੇਲੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਝੂਠੀਆਂ ਹੀ ਸਾਰੀਆਂ ਪ੍ਰੀਤਾਂ ਨੇ ਜਿਹੜੀਆਂ ਤੇਰੀਆਂ ਦੇਹਾਂ ਵਿੱਚ ਲੱਗੀਆਂ ਹੋਈਆਂ। ਸੱਚੀ ਪ੍ਰੀਤ ਵਾਹਿਗੁਰੂ ਨਾਲ ਪਾ, ਉਹ ਮਹਾਰਾਜ ਕਹਿੰਦੇ ਸਦਾ ਨਿਭਣ ਵਾਲੀ ਹੈ। ਤੇ ਜਿਹੜੀ ਜਗਤ ਦੀ ਹੈ, ਜਗਤ ਮੈਂ
ਝੂਠੀ ਦੇਖੀ ਪ੍ਰੀਤ, ਇਹ ਸਾਰੀ ਪ੍ਰੀਤ ਜਿਹੜੀ ਮਹਾਰਾਜ ਕਹਿੰਦੇ ਨੇ ਜਿਹੜਾ ਝੂਠਾ ਹੈ, ਕਿਉਂਕਿ ਆਪੋ ਆਪਣੇ ਸੁੱਖਾਂ ਵਿੱਚ ਤੇਰੇ ਨਾਲ ਲੱਗੇ ਹੋਏ ਐ ਤੇ ਤੂੰ ਸਮਝਦਾ ਕਿ ਤੇਰੇ ਨਾਲ ਪਿਆਰ ਕਰਦੇ ਐ। ਇਹ ਕੋਈ ਤੇਰੇ ਨਾਲ ਪਿਆਰ ਨਹੀਂ ਕਰਦੇ। ਕਿਆ ਦਾਰਾ ਕਿਆ ਮੀਤ, ਕੀ ਤੇਰੀ ਦਾਰਾ ਇਸਤਰੀ ਤੇ ਕੀ ਤੇਰੇ ਜੋ ਮਿੱਤਰ ਹਨ ਜਿਹੜੇ ਧਨ ਕਰਕੇ ਤੈਨੂੰ ਆਪਣਾ ਕਹਿੰਦੇ ਆ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮੇਰਾ ਮੇਰਾ ਸਭੈ ਕਹਿਤ ਹੈ। ਸਾਰੇ ਕਹਿੰਦੇ ਆ ਮੇਰਾ ਹੈ ਮੇਰਾ ਹੈ। ਜਿਹੜੀ ਮਾਤਾ ਵੈ ਉਹਦੀ ਜਿਹੜੀ ਹੈ ਇੰਨੀ ਚੇਸ਼ਟਾ ਹੁੰਦੀ ਹੈ, ਮੋਹ ਕਰਦੀ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਬੜਾ ਲਾਡ ਕਰਦੀ ਹੈ। ਫਿਰ ਤੇਰੇ ਤੇ ਮੇਰ ਕਰਦੇ ਆ ਸਾਰੇ। ਤੂੰ ਪਦਾਰਥਾਂ ਉੱਤੇ ਤੇ ਉਹਨਾਂ ਉੱਤੇ ਤੂੰ ਮੇਰ ਕਰਦਾ ਹੈ। ਮੇਰੋ ਮੇਰੋ ਸਭੈ ਕਹਿਤ ਹੈ। ਸਾਰੇ ਤੈਨੂੰ ਆਪਣਾ ਆਪਣਾ ਕਹਿ ਕਰਕੇ ਜਿਹੜਾ ਹੈ ਬੁਲਾਉਂਦੇ ਹਨ। ਹਿਤ ਸਿਓ ਬਾਧਿਓ ਚੀਤ, ਇਹ ਬਹੁਤ ਜ਼ਿਆਦਾ ਹਿੱਤ ਨਾਲ ਪ੍ਰੇਮ ਨਾਲ ਤੇਰਾ ਜਿਹੜਾ ਚਿੱਤ ਹੈ ਨਾ ਉਹ ਬੰਨਿਆ ਗਿਆ ਹੈ। ਉਹ ਇਹਨਾਂ ਵਿੱਚ ਖੁੱਭ ਗਿਆ ਤੇਰਾ ਚਿੱਤ। ਉਹ ਜਦੋਂ ਤੇਰੇ ਤੇ ਮੇਰ ਕਰਦੇ ਐ ਤੂੰ ਉਹਨਾਂ ਤੇ ਮੇਰ ਕਰਦਾ ਹੈ। ਪਰ ਇਹ ਮੇਰਾਂ ਤੇ ਝੂਠੀਆਂ ਹੀ ਹਨ ਨਾ, ਕਿਉਂਕਿ ਮੇਰ ਕਰਨੀ ਚਾਹੀਦੀ ਹੈ ਵਾਹਿਗੁਰੂ ਦੇ ਨਾਮ ਦੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਉੱਪਰ ਆਪਣਾ ਬਣਾਉਣਾ ਚਾਹੀਦਾ ਸਤਿਗੁਰਾਂ ਜੀ ਨੂੰ। ਪਰ ਤੂੰ ਸੰਸਾਰ ਵਿੱਚ ਲੱਗੇ ਹੋਏ ਨੇ ਸਭ ਕੁਝ ਆਪਣਾ, ਇੱਕ ਰਾਮ ਪਰਾਇਆ, ਸਾਰਾ ਕੁਝ ਆਪਣਾ ਬਣਾਇਆ ਹੋਇਆ। ਵਾਹਿਗੁਰੂ ਦੇ ਨਾਮ ਨੂੰ ਤੂੰ ਪਰਾਇਆ ਸਮਝਿਆ ਹੋਇਆ, ਓਪਰਾ ਸਮਝਿਆ ਹੋਇਆ। ਮਹਾਰਾਜ ਕਹਿੰਦੇ ਇਹ ਨਾਮ ਤੇਰਾ ਆਪਣਾ ਹੈ, ਤੇਰੇ ਨਾਲ ਨਿਭਣ ਵਾਲਾ ਹੈ। ਪਰ ਤੂੰ ਉਹਨਾਂ ਤੇ ਮੇਰ ਕਰਦਾ, ਉਹ ਤੇਰੀ ਦੇਹ ਤੇ ਮੇਰ ਕਰਦੇ ਆ। ਇਹ ਹਿੱਤ ਬੜੇ ਪ੍ਰੇਮ ਦੇ ਨਾਲ ਤੇਰਾ ਚਿੱਤ ਜਿਹੜਾ ਹੈ ਉਹ ਬੰਨਿਆ ਗਿਆ ਇਸ ਮੋਹ ਦੇ ਵਿੱਚ। ਅੰਤ ਕਾਲ ਸੰਗੀ ਨਹਿ ਕੋ, ਪਰ ਇਹ ਵੇਖ ਲੈ ਮਹਾਰਾਜ ਕਹਿੰਦੇ ਅੰਤ ਦਾ ਸਮਾਂ ਜਦੋਂ ਆਉਂਦਾ ਦੇਹ ਛੁਟਕਦੀ ਹੈ, ਕੋਈ ਸੰਗੀ ਨਹੀਂ ਹੁੰਦਾ, ਉਦੋਂ ਕੋਈ ਸਾਥੀ ਨਹੀਂ ਹੁੰਦਾ ਹੈ। ਸੰਗ ਨਾ ਸਾਥੀ ਗਵਨ ਅਕੇਲਾ, ਪੁਰਸਲਾਥ ਕਾ ਪੰਥ ਦੁਹੇਲਾ। ਉਹ ਬੜਾ ਔਖਾ ਹੈ ਰਾਹ। ਉਥੇ ਮਹਾਰਾਜ ਕਹਿੰਦੇ ਕੋਈ ਸੰਗੀ ਨਹੀਂ, ਕੋਈ ਸਾਥੀ ਨਹੀਂ, ਨਿਭਦਾ ਨਹੀਂ ਕੋਈ ਨਾਲ। ਇਹ ਅਚਰਜ ਹੈ ਰੀਤ, ਇਹ ਰੀਤੀ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬਣਾਈ ਹੋਈ ਬੜੀ ਅਚਰਜ ਹੈ, ਬੜੀ ਹੈਰਾਨੀਜਨਕ ਹੈ। ਹੱਥ ਵਿੱਚ ਫੜੀਆਂ ਹੋਈਆਂ ਨਬਜ਼ਾਂ ਡਾਕਟਰਾਂ ਦੇ ਉੱਥੇ ਹੀ ਰਹਿ ਜਾਂਦੀਆਂ ਨੇ ਤੇ ਜੀਵਾਤਮਾ ਉਡਾਰੀ ਮਾਰ ਜਾਂਦਾ ਹੈ। ਉਸ ਸਮੇਂ ਜੱਫੇ ਭਰ ਭਰ ਕੇ ਸਾਰੇ ਕੋਲ ਹੀ ਬੈਠੇ ਰਹਿੰਦੇ ਆ ਤੇ ਤੈਨੂੰ ਜਿਹੜਾ ਉਹ ਕਹਿੰਦੇ ਮਰਨ ਨਹੀਂ ਦਿਆਂਗੇ। ਪਰ ਮਹਾਰਾਜ ਕਹਿੰਦੇ ਇਹ ਤਾਂ ਭਗਤ ਕਬੀਰ ਸਾਹਿਬ ਦੇ ਜਿਵੇਂ ਬੋਲ ਹਨ ਕਿ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰਾ ਵਸ। ਇਹ ਤਾਂ ਬਸਤ ਗੋਪਾਲ ਕੀ, ਜਬ ਭਾਵੈ ਲੇਖ ਖਸ। ਇਹ ਤਾਂ ਵਾਹਿਗੁਰੂ ਦੀ ਵਸਤੂ ਹੈ। ਜਿਹੜਾ ਵੈਦ ਆ ਉਹ ਕਹਿੰਦਾ ਹਉ ਹੀ ਭਲਾ, ਮੈਂ ਹੀ ਬੜਾ ਭਲਾ, ਮੈਨੂੰ ਸਾਰੀਆਂ ਚੀਜ਼ਾਂ ਆਉਂਦੀਆਂ, ਦਾਰੂ ਮੇਰਾ ਵਸ। ਇਹ ਦਾਰੂ ਦਵਾ ਕਰਨੀ ਮੇਰੇ ਵਸ ਵਿੱਚ ਹੈ। ਪਰ ਕਹਿੰਦੇ ਇਹ ਤਾਂ ਬਸਤ ਗੋਪਾਲ ਕੀ। ਇਹ ਤਾਂ ਜਿਹੜੀ ਅੰਦਰ ਸੱਤਾ ਹੈ ਨਾ, ਆਤਮਾ ਹੈ, ਇਹ ਤਾਂ ਵਾਹਿਗੁਰੂ ਦੀ ਦਿੱਤੀ ਹੋਈ ਵਸਤੂ ਹੈ, ਪਰਮੇਸ਼ਰ ਦੀ ਦਿੱਤੀ ਹੋਈ ਵਸਤੂ ਹੈ। ਜਦੋਂ ਉਹਨੂੰ ਪਾਉਂਦਾ ਹੈ ਜਬ ਭਾਵੈ ਲੈ ਖਾਸ, ਉਦੋਂ ਖੋਹ ਲੈਂਦਾ ਹੈ, ਖਿੱਚ ਲੈਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਸ ਸਮੇਂ ਅੰਤ ਦਾ ਸਮਾਂ ਆਉਂਦਾ ਨਾ, ਅੰਤ ਕਾਲ ਸੰਗੀ ਨਹਿ ਕੋ, ਉਦੋਂ ਕੋਈ ਸੰਗੀ ਨਹੀਂ। ਮਾਇਆ ਨੂੰ ਕਹੇ ਨਾਲ ਨਿਭੇ, ਉਹ ਵੀ ਕਹਿੰਦੀ ਆ ਪਾਪੀਆ ਤੂੰ ਜੋੜ ਜੋੜ ਕੇ ਮੈਨੂੰ ਇਕੱਠੀ ਕਰ ਛੱਡਿਆ, ਕੋਈ ਧਰਮ ਕਰਮ ਨਹੀਂ ਕੀਤਾ, ਜਾਂ ਹੁਣ ਨਰਕਾਂ ਚ ਪਾਓ। ਉਹ ਕਹਿੰਦੇ ਆ ਨਾ ਇਹ ਸਿੱਖਣ ਵਾਸਤੇ ਪ੍ਰਮਾਣ ਹੁੰਦੇ ਆ। ਜਦੋਂ ਜਮ ਆਏ ਲੈਣ ਸ਼ਾਹੂਕਾਰ ਦੇ ਇੱਕ ਦੇ ਤਾਈ, ਉਹ ਕਹਿਣ ਲੱਗਾ ਕਿ ਭਈ ਮੇਰਾ ਕੋਈ ਹੁਣ ਸਾਥ ਦੇਵੇ। ਉਹ ਸਾਰੇ ਪੁੱਤਰ ਧੀਆਂ ਉਹ ਕਹਿੰਦੇ ਹੁਣ ਮਰਨ ਲੱਗਾ ਕੌਣ ਤੇਰੇ ਨਾਲ ਚੱਲੇਗਾ, ਕੋਈ ਨਾਲ ਨਹੀਂ ਚੱਲ ਸਕਦਾ। ਫਿਰ ਕਹਿੰਦਾ ਕਿ ਮੈਨੂੰ ਮਾਇਆ ਨਾਲ ਹੀ ਗੱਲ ਕਰ ਲੈਣ ਦੋ, ਮੈਂ ਏਡਾ ਉਹਨੂੰ ਜੋੜਿਆ। ਤੇ ਫਿਰ ਕਹਿੰਦੇ ਆ ਕਿ ਮਾਇਆ ਅੱਗੇ ਜਾ ਕੇ ਉਸ ਹੱਥ ਜੋੜ ਕੇ ਆਖਿਆ, ਹੇ ਮਾਇਆ ਮੈਂ ਤੈਨੂੰ ਇੰਨਾ ਪ੍ਰੇਮ ਕੀਤਾ, ਇੰਨਾ ਤੈਨੂੰ ਤਿਜੋਰੀਆਂ 'ਚ ਪਾ ਪਾ ਕੇ ਰੱਖਿਆ, ਹੁਣ ਮੈਂ ਮਰਨ ਲੱਗਾ ਤੇ ਤੂੰ ਹੀ ਮੇਰੀ ਕੋਈ ਸਹਾਇਤਾ ਕਰ। ਕਹਿੰਦੇ ਅੱਗੋਂ ਮਾਇਆ ਨੇ ਵੀ ਫਿਰ ਕਿਹਾ ਕਿ ਪਾਪੀਆ ਜੇ ਤੂੰ ਕੋਈ ਧਰਮ ਦਾ ਕਰਮ ਕਰ ਦੋ ਤਾਂ ਮੈਂ ਤੇਰਾ ਭਲਾ ਕਰਦੀ, ਤੂੰ ਤੇ ਮੈਨੂੰ ਵੀ ਜਿਹੜਾ ਹੈ ਉਹ ਅਧੋਗਤੀ ਨੂੰ ਪਹੁੰਚਾਇਆ, ਜੋੜ ਕੇ ਰੱਖ ਛੱਡਿਆ ਈ। ਹੁਣ ਜਾ ਤੂੰ ਨਰਕਾਂ 'ਚ ਪਾਓ, ਮੈਂ ਤੇਰੀ ਕੀ ਰੱਖਿਆ ਕਰਾਂ। ਕੋਈ ਵੀ ਉਸ ਸਮੇਂ ਸੰਗੀ ਨਹੀਂ ਹੁੰਦਾ, ਇਹ ਸਮਝਣ ਮਾਤਰ ਪ੍ਰਮਾਣ ਹੁੰਦੇ ਆ।
ਕੋਈ ਚੀਜ਼ ਮਹਾਰਾਜ ਕਹਿੰਦੇ ਨਾਲ ਨਹੀਂ ਚੱਲਦੀ ਹੈ। ਇਹ ਅਚਰਜ ਹੈ ਰੀਤ, ਇਹ ਰੀਤੀ ਬੜੀ ਅਚਰਜ ਹੈ। ਜਿਵੇਂ ਕਾਰੂ ਬਾਦਸ਼ਾਹ ਨੂੰ ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਿਆ ਦਿੱਤੀ ਸੀ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਆਖਿਆ ਸੀ, ਉਹ ਕਹਿੰਦਾ ਮਹਾਰਾਜ ਸੇਵਾ ਕੋਈ ਦੱਸੋ। ਹਜੂਰ ਕਹਿੰਦੇ ਭਾਈ ਸਾਡੀ ਸੇਵਾ ਤੂੰ ਕੀ ਕਰੇਂਗਾ? ਨਹੀਂ ਮਹਾਰਾਜ ਜ਼ਰੂਰ ਦੱਸੋ। ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਤੇ ਸਮੇਂ ਫਿਰ ਉਹਨੂੰ ਦੱਸਿਆ ਸੀਗਾ ਕਿ ਵੇਖ ਤੂੰ ਇਹ 40 ਗੰਜ ਜਿਹੜੇ ਅੰਦਰ ਜੋੜੇ ਹੋਏ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਠੀਕਰੀਆਂ ਇਕੱਠੀਆਂ ਕਰਦੇ ਸੀ ਨਾ, ਤਾਂ ਮਹਾਰਾਜ ਨੂੰ ਕਹਿੰਦਾ ਇਹ ਕੀ ਕਰਨੀਆਂ ਤੁਸੀਂ? ਸਤਿਗੁਰੂ ਜੀ ਕਹਿੰਦੇ ਪ੍ਰਲੋਕ 'ਚ ਨਾਲ ਖੜਨੀਆਂ। ਹੱਸ ਪਿਆ ਸੀ ਕਿ ਪ੍ਰਲੋਕ 'ਚ ਕਿਵੇਂ ਨਿਭਣਗੀਆਂ? ਮਹਾਰਾਜ ਕਹਿੰਦੇ ਤੇਰੇ 40 ਗੰਜ ਕਿਵੇਂ ਨਾਲ ਨਿਭ ਜਾਣਗੇ ਜੇ ਠੀਕਰੀਆਂ ਨਹੀਂ ਨਿਭ ਸਕਦੀਆਂ? ਤਾਂ ਕਾਰੂ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਨੇ ਦਿਖਾਇਆ ਸੀ ਕਿ ਅੰਤ ਦੇ ਸਮੇਂ ਕੋਈ ਚੀਜ਼ ਨਾਲ ਨਹੀਂ ਨਿਭਦੀ। ਫਿਰ ਉਹਨੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ, ਧਰਮਸ਼ਾਲਾ ਬਣਾਈਆਂ, ਸਾਰੀ ਮਾਇਆ ਜਿਹੜੀ ਸੀ ਉਹ ਗਰੀਬਾਂ ਵਿੱਚ ਵੰਡ ਦਿੱਤੀ, ਧਰਮ ਦੇ ਕਰਮ ਕੀਤੇ। ਮਹਾਰਾਜ ਕਹਿੰਦੇ ਅਚਰਜ ਰੀਤੀ ਹੈ, ਪਤਾ ਨਹੀਂ ਲੱਗਦਾ ਜੀਵ ਕਿੱਧਰੋਂ ਆਇਆ ਤੇ ਕਿੱਧਰ ਨੂੰ ਚਲੇ ਜਾਂਦਾ ਹੈ। ਇਹ ਬੜੀ ਅਚਰਜ ਰੀਤੀ ਹੈ, ਕਿਸੇ ਨੂੰ ਸਮਝ ਨਹੀਂ ਲੱਗਦੀ ਕਿ ਉਹ ਹੁਣ ਕਿੱਧਰ ਨੂੰ ਚਲਿਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬਣਾਈ ਹੋਈ ਬੜੀ ਹੈਰਾਨੀਜਨਕ ਇਹ ਰੀਤੀ ਮਰਿਆਦਾ ਹੈ। ਮਨ ਮੂਰਖ ਅਜਹੂ ਨਹਿ ਸਮਝਤ। ਪਰ ਇਹ ਮਨ ਐਡਾ ਮੂਰਖ ਹੈ। ਮਹਾਰਾਜ ਦੇ ਅੱਗੇ ਅਰਦਾਸ ਕਰੀਏ ਜਗਿਆਸਾ ਭਾਵ ਧਾਰ ਕੇ, ਮਹਾਰਾਜ ਜੀ ਇਹ ਮੇਰਾ ਮਨ ਇੰਨਾ ਮੂਰਖ ਹੈ, ਅਜੇ ਵੀ ਨਹੀਂ ਸਮਝਦਾ। ਮਰਦਿਆਂ ਹੋਇਆਂ ਦੇਹਾਂ ਨੂੰ ਸਾਹਮਣੇ ਵੇਖਦਾ, ਟੁੱਟਦੇ ਹੋਏ ਝੂਠੇ ਨੇ ਵੇਖਦਾ, ਲੋਕਾਂ ਦੇ ਮਰਗ ਤੇ ਜਾਂਦਾ, ਪਰ ਆਪਣੇ ਆਪ ਨੂੰ ਫਿਰ ਅਮਰ ਸਮਝੀ ਬੈਠਾ ਹੈ। ਕਿਸੇ ਦਾ ਅਫਸੋਸ ਕਰ ਆਉਂਦਾ ਪਰ ਆਪ ਚੇਤੇ ਹੀ ਨਹੀਂ ਕਰਦਾ ਕਿ ਮੈਂ ਮਰਨਾ ਹੈ। ਮਨ ਮੂਰਖ ਅਜਹੂ ਨਾ ਸਮਝਤ। ਅਜੇ ਵੀ ਮਹਾਰਾਜ ਮੇਰਾ ਮਨ ਐਡਾ ਮੂਰਖ ਹੈ, ਸਮਝ ਨਹੀਂ ਕਰਦਾ ਏ। ਸਿੱਖ ਦੈ ਹਾਰਿਓ ਨੀਤ। ਮੈਂ ਬਹੁਤ ਜ਼ਿਆਦੀਆਂ ਨਿਤਾ ਪ੍ਰਤੀ ਸਿੱਖਿਆਵਾਂ ਦੇ ਦੇ ਕਰਕੇ ਹਾਰ ਗਿਆ। ਇਹ ਫਿਰ ਉਸੇ ਤਰ੍ਹਾਂ ਹੀ ਪਦਾਰਥਾਂ 'ਚ ਲੱਗਾ ਰਹਿੰਦਾ, ਫਿਰ ਉਸੇ ਤਰ੍ਹਾਂ ਹੀ ਦੇਹਾਂ ਦੇ ਮੋਹ 'ਚ ਜੁਟਿਆ ਰਹਿੰਦਾ ਹੈ। ਇੰਨੀ ਸਿੱਖਿਆ ਦੇ ਦੇ ਕੇ ਇਸ ਮਨ ਨੂੰ ਮੈਂ ਹਾਰ ਗਿਆ। ਮਹਾਰਾਜ ਹੁਣ ਮੈਂ ਕੀ ਕਰਾਂ? ਸੱਚੇ ਪਾਤਸ਼ਾਹ ਮੈਂ ਤਾਂ ਉਪਦੇਸ਼ ਦੇ ਦੇ ਕਰਕੇ, ਉਪਦੇਸ਼ ਸੁਣ ਸੁਣ ਕਰਕੇ, ਪਰ ਇਹ ਮਨ ਪੱਥਰ ਇਹੋ ਜਿਹਾ, ਮੂਰਖ ਇਹੋ ਜਿਹਾ ਕਿ ਇਹਨੂੰ ਸਮਝ ਨਹੀਂ ਲੱਗਦੀ। ਮੈਂ ਹਾਰ ਗਿਆ, ਇਹ ਆਖੇ ਨਹੀਂ ਲੱਗਦਾ, ਦੇਹਾਂ ਦੇ ਮੋਹ ਤੋਂ ਹਟਦਾ ਨਹੀਂ। ਮਹਾਰਾਜ ਸੰਸਾਰ ਦੇ ਰਸਾਂ ਕਸਾਂ ਤੋਂ ਹਟਦਾ ਨਹੀਂ, ਪਦਾਰਥਾਂ ਤੋਂ ਹਟਦਾ ਨਹੀਂ। ਐਡੀ ਇਹਨੂੰ ਮਾਇਆ ਚਿੰਬੜ ਗਈ ਹੈ ਬਹੁਤ ਜ਼ਿਆਦਾ। ਇਹਦਾ ਨੇਹ ਜਿਹੜਾ ਮਨ ਦਾ ਇਹ ਸੰਸਾਰ 'ਚ ਝੂਠੀਆਂ ਦੇਹਾਂ 'ਚ ਹੀ ਮਹਾਰਾਜ ਲੱਗਾ ਰਹਿੰਦਾ ਹੈ। ਨਾਨਕ ਭੌਜਲ ਪਾਰ ਪਰੈ। ਮਹਾਰਾਜ ਕਿਰਪਾ ਕਰੋ ਕਿ ਇਹ ਸੰਸਾਰ ਸਮੁੰਦਰ ਤੋਂ ਮੈਂ ਉਧਰ ਜਾਵਾਂ, ਇਹੋ ਜੀ ਕੋਈ ਵਿਧੀ ਦੱਸੋ। ਤੇ ਹਜੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇਵ ਗੰਧਾਰੀ ਅੰਦਰ ਮਹਾਰਾਜ ਜੀ ਦੇ ਸ਼ਬਦਾਂ ਦੀ ਸੰਪੂਰਨਤਾ ਹੈ, ਤੇ ਰਾਗ ਵੀ ਇੱਥੇ ਹੀ ਦੇਵ ਗੰਧਾਰੀ ਸੰਪੂਰਨ ਹੁੰਦਾ। ਅੱਗੇ ਫਿਰ ਬਿਹਾਗੜਾ ਰਾਗ ਆਰੰਭ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਿੱਖਿਆ ਦਿੰਦੇ ਗਰੀਬ ਨਵਾਜ, ਨਾਨਕ ਭੌਜਲ ਪਾਰ ਪਰੈ। ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਇਹ ਭੌਜਲ ਹੈ ਜਿਹਦੇ ਅੰਦਰ ਸਦਾ ਜੀਵ ਭੌਂਦੇ ਹੀ ਰਹਿੰਦੇ ਐ, ਆਉਂਦੇ ਤੇ ਜਾਂਦੇ ਰਹਿੰਦੇ ਐ। ਐਸਾ ਜਲ ਹੈ ਜਿੱਥੇ ਬਹੁਤ ਜ਼ਿਆਦੀਆਂ ਭੁਆਂਟਣੀਆਂ ਪੈ ਰਹੀਆਂ, ਬੜੇ ਕੱਪਰ ਪੈ ਰਹੇ ਐ, ਤੇ ਉਹ ਕਾਮ ਆਦਿਕ ਦੀਆਂ ਜਿਹੜੀਆਂ ਕੱਪਰ ਜਿਹੜੇ ਪੈ ਰਹੇ ਉਹਨਾਂ ਵਿੱਚ ਜੀਵ ਫਸਦੇ ਜਾ ਰਹੇ ਐ। ਹਜੂਰ ਕਹਿੰਦੇ ਇਸ ਭਵਜਲ ਤੋਂ, ਇਸ ਆਉਣ ਜਾਣ ਦੇ ਚੱਕਰ ਤੋਂ, ਇਸ ਭਵਜਲ ਸੰਸਾਰ ਤੋਂ हे ਗੁਰਸਿੱਖ ਤੂੰ ਪਾਰ ਪੈ ਸਕਦਾ ਹੈ, ਲੰਘ ਸਕਦਾ ਹੈ, ਦੇਹਾਂ ਦਾ ਝੂਠਾ ਨੇਹ ਟੁੱਟ ਸਕਦਾ ਹੈ ਤੇ ਉਧਰ ਸਕਦਾ ਹੈ ਸੰਸਾਰ ਤੋਂ। ਜੋ ਗਾਵੇ ਪ੍ਰਭ ਕੇ ਗੀਤ, ਜੋ ਜੇ ਕਰਕੇ ਮੇਰੇ ਵਾਹਿਗੁਰੂ ਦੇ ਜਸ ਦੇ ਗੀਤ ਤੂੰ ਗਾਉਣਾ ਕਰੇ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜੇ ਗਾਉਣਾ ਕਰੇ ਨਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਤੋਂ, ਭਵਜਲ ਸੰਸਾਰ ਤੋਂ ਤੂੰ ਤਰ ਜਾਵੇਂਗਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗਾ ਜਮਦਲ ਬਿਖਮ ਕਨਾ। ਬੜਾ ਔਖਾ ਰਸਤਾ ਹੈ ਅੱਗੇ, ਤੇ ਸੰਸਾਰੀ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਚੇਤੇ ਨਹੀਂ ਕਰਨਾ ਚਾਹੀਦਾ। ਮਨ ਜੀ ਉਦਾਸ ਹੋ ਜਾਂਦਾ ਹੈ, ਮਰਨ ਦਾ ਚੇਤਾ ਹੀ ਨਹੀਂ ਕਰਨਾ ਚਾਹੀਦਾ। ਪਰ ਸੱਚੇ ਪਾਤਸ਼ਾਹ ਜੀ ਤਾਂ ਇਸ ਕਦਰ ਸਾਨੂੰ ਚੇਤਾ ਕਰਨ ਲਈ ਕਹਿੰਦੇ ਆ। ਜਦੋਂ
ਮੌਲਵੀ ਨੇ ਮਹਾਰਾਜ ਨੂੰ ਆਖਿਆ ਨਾ ਕਿ ਭਈ ਤੁਸੀਂ ਹੁਣ ਮਹਾਰਾਜ ਤੁਹਾਡਾ ਬਚਪਨ ਹੈ ਤੇ ਇੰਨੇ ਉਦਾਸ ਕਿਉਂ ਹੁੰਨੇ ਹੋ, ਮੌਤ ਦਾ ਚੇਤਾ ਤਾਂ ਬਿਰਧ ਅਵਸਥਾ ਵਿੱਚ ਜਾ ਕੇ ਕਰਿਓ, ਹੁਣ ਹੱਸੋ ਖੇਡੋ। ਮਹਾਰਾਜ ਕਹਿੰਦੇ ਮਮ ਸਰ ਮੂਏ ਅਜ਼ਰਾਇਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ। ਹੇ ਕਾਜੀ, ਇਹ ਥੋੜਾ ਜਿਹਾ ਵੀ ਦਿਲ ਵਿੱਚ ਨਹੀਂ ਤਾਂ ਜਾਣਿਆ ਕਿ ਮੌਤ ਬੰਦੀ ਥੋੜਾ ਕਿ ਬਿਰਧ ਅਵਸਥਾ ਵਿੱਚ ਆਵੇਗੀ। ਸਾਨੂੰ ਤਾਂ ਉਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੌਤ ਦੇ ਫਰਿਸ਼ਤੇ ਨੇ ਸਿਰ ਦੇ ਕੇਸ ਪਕੜੇ ਹੋਣ, ਭਾਵ ਜਿਹੜੀ ਇਹ ਮੌਤ ਸਿਰ ਦੇ ਉੱਪਰ ਹੀ ਖੜੀ ਹੋਵੇ। ਮਹਾਰਾਜ ਨੇ ਆਖਿਆ ਨਾ, ਮਿਰਤ ਹਸੈ ਸਿਰ ਉਪਰੈ ਪਸ਼ੂਆ ਨਹੀਂ ਬੂਝੈ। ਪਸ਼ੂ ਬਿਰਤੀ ਹੈ ਨਾ ਸੰਸਾਰ ਵਿੱਚ ਹਰ ਵੇਲੇ ਮਨ ਉਧਰ ਨੂੰ ਹੀ ਲੱਗਾ ਰਹਿੰਦਾ ਹੈ, ਵਿਸ਼ੇ ਸੁੱਖ 'ਚ ਹੀ ਫਸਿਆ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਸ਼ੂ ਬਿਰਤੀ ਹੈ, ਮਿਰਤ ਹਸੈ ਸਿਰ ਉਪਰੈ, ਮੌਤ ਤਾਂ ਸਿਰ ਦੇ ਉੱਪਰ ਹੱਸ ਰਹੀ ਹੈ। ਤੇ ਵਾਹਿਗੁਰੂ ਦਾ ਨਾਮ ਜਪ ਕੇ ਮਹਾਰਾਜ ਕਹਿੰਦੇ ਆਪਣਾ ਜੀਵਨ ਸਫਲਾ ਕਰ ਲੈ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਮੰਗਿਆ ਕਰ, ਮਹਾਰਾਜ ਮੇਰਾ ਮਨ ਮੂਰਖ ਸਮਝਦਾ ਨਹੀਂ, ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਆਪਣੇ ਉਪਦੇਸ਼ ਦੀ ਸਿੱਖਿਆ ਸਮਝਾ ਦਿਓ। ਵਾਹਿਗੁਰੂ ਨਾਮ ਮਹਾਰਾਜ ਮੈਨੂੰ ਬਖਸ਼ੋ। ਸਤਿਗੁਰੂ ਜੀ ਕਹਿੰਦੇ ਨੇ ਭਵਜਲ ਤੋਂ ਸੰਸਾਰ ਤੋਂ ਪਾਰ ਪੈ ਜਾਵੇਂਗਾ ਜੋ ਗਾਵੇ ਪ੍ਰਭ ਕੇ ਗੀਤ। ਜੇ ਵਾਹਿਗੁਰੂ ਦੇ ਜਸ ਦੇ ਗੀਤ ਗਾਵੇਂ, ਗੁਰੂ ਨਾਨਕ ਸਾਹਿਬ ਦੀ ਬਾਣੀ ਪਿਆਰ ਸ਼ਰਧਾ ਨਾਲ ਗਾਵੇਂ ਤਾਂ ਮਹਾਰਾਜ ਕਹਿੰਦੇ ਭਾਈ ਤੂੰ ਸੰਸਾਰ ਤੋਂ ਪਾਰ ਪੈ ਸਕਦਾ ਹੈ। ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇਵ ਗੰਧਾਰੀ ਰਾਗ ਅੰਦਰ ਮਹਾਰਾਜ ਸੁਭ ਸਿੱਖਿਆ, ਬੈਰਾਗਮਈ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ। ਹਜੂਰ ਰਹਿਮਤ ਕਰਨ, ਮਹਾਰਾਜ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ, ਢੀਠ ਮਨ ਸਮਝ ਕਰੇ, ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਘੁਮਾ ਕੇ ਉਧਾਰ ਹੋ ਜਾ ਸਕਦਾ। ਮਹਾਰਾਜ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਹੋਵੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖਦਾ ਹਾਰਿਓ ਨੀਤ। ਨਾਨਕ ਭਉ ਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਿਦ ਆਵੈ ਧਾਇ, ਘਰ ਨਿਦ ਆਵੈ ਧਾਇ। ਘਰ ਨੌ ਨਿਦ ਆਵੈ ਧਾਇ, ਘਰ ਨੌ ਨਿਦ ਆਵੈ ਧਾਇ। ਘਰ ਨਿਦ ਆਵੈ ਧਾਇ, ਘਰ ਨਿਦ ਆਵੈ ਧਾਇ। ਘਰ ਨੌ ਨਿਦ ਆਵੈ ਧਾਇ, ਘਰ ਨੌ ਨਿਦ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।